ਲੀਡਰ ਵਿਹਲੇ ਨੇ, ਰੈਲੀਆਂ ਹੋ ਨਹੀਂ ਰਹੀਆਂ, ਰੋਡ ਸ਼ੋਜ਼ ਹੋ ਨਹੀਂ ਰਹੇ, ਵੱਡੀਆਂ ਸਭਾਵਾਂ ਹੋ ਨਹੀਂ ਰਹੀਆਂ, ਡੋਰ ਟੂ ਡੋਰ ਕਰਨ ਵਾਲੇ ਇਹ ਲੀਡਰ ਨੇ ਜੀ। ਇਹ ਵੱਡੇ ਲੀਡਰ ਨੇ, ਵੱਡਾ ਇਕੱਠ ਲੱਭਦੇ ਨੇ ਤੇ ਚੋਣ ਪ੍ਰਚਾਰ ਜਿਹੜਾ ਆ ਉਹ ਮੱਠਾ ਜਾਪਦਾ। ਈਡੀ ਜਾਂ ਪਰਿਵਰਤਨ ਨਿਰਦੇਸ਼ਾਲਿਆ 1700 ਦੇ ਪਿੱਛੇ ਜਦੋਂ ਜਾਂ 9 ਕੇਸਾਂ ਦੇ ਵਿੱਚ ਸਜ਼ਾ ਹੋਣੀ ਤੇ ਬਾਕੀ ਕੇਸਾਂ ਦਾ ਖੁਰਦ-ਬੁਰਦ ਹੋ ਜਾਣਾ, ਠੰਡੇ ਬਸਤੇ ਵਿੱਚ ਪਏ ਰਹਿਣਾ, ਇਹ ਗੱਲ ਸਿੱਧ ਕਰਦਾ ਕਿ ਇਹ ਜਿਹੜੀਆਂ ਏਜੰਸੀਆਂ ਨੇ ਇਹਨਾਂ ਦੀ ਵਰਤੋਂ ਸਿਆਸਤ ਲਈ ਹੀ ਕੀਤੀ ਜਾਂਦੀ ਹੈ। ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਨੇ ਵੀ ਇੱਕ ਦਿਨ ਕਿਹਾ ਸੀਗਾ ਕਿ ਕੈਪਟਨ ਸਾਹਿਬ ਦੀ ਜਿਹੜੀ ਸਹੇਲੀ ਸੀ ਉਹ ਵੀ ਸੂਟਕੇਸ ਨਾਲ ਹੀ ਡੀਲ ਕਰਦੀ ਸੀ ਤੇ ਬਹੁਤ ਸਾਰੇ ਸੂਟਕੇਸ ਇਧਰੋਂ ਉਧਰ ਹੁੰਦੇ ਰਹੇ ਨੇ। ਇਹ ਸਾਰੇ ਹੀ ਲੋਕ ਚਾਹੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ, ਚਾਹੇ ਕਾਂਗਰਸ ਨਾਲ ਜੁੜੇ ਹੋਏ ਨੇ, ਚਾਹੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਚਾਹੇ ਕੈਪਟਨ ਸਾਹਿਬ ਨਾਲ ਜੁੜੇ ਹੋਏ ਨੇ। ਇਹਨਾਂ ਦਾ ਜਿਹੜਾ ਕੰਮ ਆ, ਇਹਨਾਂ ਦਾ ਜਿਹੜਾ ਮਸਲਾ ਆ ਉਹ ਇਸ ਗੱਲ ਤੇ ਆ ਕਿ ਅਸੀਂ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ। ਬੀਜੇਪੀ ਨੇ ਜਿਹੜੀ ਸੂਚੀ ਐਲਾਨ ਕੀਤੀ ਆ ਉਹਦੇ 'ਚ ਆਪਣੇ ਵੀ ਕੁਝ ਲੀਡਰ ਨੇ ਤੇ ਜਿਹੜੇ ਦੂਜੇ ਪਾਸਿਓਂ ਆਏ ਨੇ, ਜਿਹੜੇ ਉਹਨਾਂ ਨੇ ਆਪਣੀ ਵਾਸ਼ਿੰਗ ਮਸ਼ੀਨ 'ਚ ਧੋ ਕੇ ਵਧੀਆ ਸਾਫ਼ ਸੁਥਰੇ ਕੀਤੇ ਨੇ, ਉਹ ਵੀ ਨੇ। ਹਾਲਾਂਕਿ ਉਹਦੇ 'ਚ ਬਾਜਵਾ ਸਾਹਿਬ ਜਿਹੜੇ ਫਤਿਹ ਜੰਗ ਨੇ ਉਹਨਾਂ ਨੂੰ ਸੀਟ ਹਾਲੇ ਤੱਕ ਉਹਨਾਂ ਦੀ ਐਲਾਨ ਨਹੀਂ ਹੋਇਆ। ਜਿਹੜੀ ਰਾਹ ਫੜੀ ਹੋਈ ਆ ਉਹ ਰਾਹ ਉਹਨਾਂ ਨੂੰ ਹੁਣ ਤੱਕ ਲਗਭਗ ਕੱਲਿਆਂ ਕਰ ਗਈ ਆ। ਸਿੱਧੂ ਸਾਹਿਬ ਦੇ ਨਾਲ ਕੋਈ ਵੀ ਬੰਦਾ ਨਜ਼ਰ ਨਹੀਂ ਆਉਂਦਾ। ਪਰ ਅਸੀਂ ਜਾਣਦੇ ਹਾਂ ਕਿ ਚੋਣ ਮੈਨੀਫੈਸਟੋ ਨੂੰ ਅਸੀਂ ਆਮ ਤੌਰ ਤੇ ਝੂਠ ਦਾ ਪਲੰਦਾ ਵੀ ਕਹਿ ਲੈਂਦੇ ਆ, ਜਾਂ ਕਈ ਵਾਰ ਅਸੀਂ ਵਾਅਦਿਆਂ ਦਾ ਜਿਹੜਾ ਲਿਫਾਫਾ ਆ ਉਹ ਵੀ ਉਹਨੂੰ ਕਹਿੰਦੇ ਆ। ਹੋਰ ਵੀ ਬਹੁਤ ਸਾਰੇ ਨਾਮ ਵਿਸ਼ਲੇਸ਼ਣ ਇਹਨੂੰ ਦਿੱਤੇ ਜਾਂਦੇ। ਸਾਧਵੀ ਪ੍ਰਗਿਆ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਸ਼ਰਾਬ ਆ ਉਹਦਾ ਬਹੁਤਾ ਜਿਹੜਾ ਸੇਵਨ ਆ ਨਹੀਂ ਕਰਨਾ ਚਾਹੀਦਾ, ਬਹੁਤੀ ਪੀਣੀ ਜ਼ਹਿਰ ਵਰਗੀ ਆ, ਜੇ ਥੋੜੀ ਬਹੁਤ ਪੀਤੀ ਜਾਵੇ ਤੇ ਉਹ ਦਵਾਈ ਵਰਗੀ ਆ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚੁਣਾਵੀ ਖਬਰਾਂ ਦੀ ਹੀ ਗੱਲਬਾਤ ਕਰਾਂਗੇ। ਗੱਲ ਪੰਜਾਬ ਦੀ ਖਬਰ ਦੀ ਵੀ ਕਰਾਂਗੇ। ਮਜੀਠੀਆ ਸਾਹਿਬ ਨੇ ਜਿਹੜਾ ਕਾਂਗਰਸ ਦੇ ਉੱਤੇ ਅੱਜ ਹਮਲਾ ਬੋਲਿਆ ਆ, ਪ੍ਰੈਸ ਕਾਨਫਰੰਸ ਕੀਤੀ ਹੈ, ਕੁਝ ਖੁਲਾਸੇ ਕੀਤੇ ਨੇ, ਗੱਲ ਉਹ ਵੀ ਕਰਾਂਗੇ। ਭਗਵੰਤ ਮਾਨ ਸਾਹਿਬ ਨੇ ਸੀਐਮ ਚੰਨੀ ਨੂੰ ਜਿਹੜਾ ਚੈਲੰਜ ਕੀਤਾ ਉਹ ਵੀ ਕਰਾਂਗੇ ਤੇ ਸਾਧਵੀ ਪ੍ਰਗਿਆ ਦੀ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਸ਼ਰਾਬ ਨੂੰ ਔਸ਼ਧੀ ਦੱਸਿਆ ਹੈ। ਤੇ ਸਟੂਡੀਓ 'ਚ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸੁਲੀਨ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸ਼ਰਮਾ ਜੀ, ਸ਼ੁਰੂਆਤ ਪ੍ਰੋਗਰਾਮ ਦੀ ਪੰਜਾਬ ਦੀ ਸਿਆਸਤ ਤੋਂ ਕਰਦੇ ਹਾਂ। ਬਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਕਾਨਫਰੰਸ ਕਰਕੇ ਇੱਕ ਬੰਬ ਫੋੜਿਆ ਪੰਜਾਬ ਦੀ ਕਾਂਗਰਸ ਤੇ, ਹਨੀ ਤੇ ਚੰਨੀ ਨੂੰ ਮਨੀ ਕੰਬੀਨੇਸ਼ਨ ਦੱਸਿਆ। ਸੁਲੀਨ ਜੀ, ਗੱਲ ਇੱਦਾਂ ਕਿ ਇਲੈਕਸ਼ਨ ਦਾ ਦੌਰ ਆ ਤੇ ਇਲੈਕਸ਼ਨ ਬਿਲਕੁਲ ਜਿੱਦਾਂ ਅਸੀਂ ਇੱਕ ਗੱਲ 2020 ਦੇ ਵਿੱਚ ਦੇਖੀ ਸੀ ਕਿ ਦੁਨੀਆ ਪੋਸਟ ਕੋਵਿਡ ਤੇ ਪ੍ਰੀ ਕੋਵਿਡ 2 ਹਿੱਸਿਆਂ ਦੇ ਵਿੱਚ ਜਾਣੀ ਜਾਵੇਗੀ ਜੀ। ਕਰੋਨਾ ਤੋਂ ਪਹਿਲਾਂ ਦਾ ਦੌਰ ਹੋਰ ਸੀ ਤੇ ਕਰੋਨਾ ਤੋਂ ਬਾਅਦ ਦਾ ਦੌਰ ਹੋ ਰਿਹਾ। ਇਹਨੂੰ ਤੁਸੀਂ ਇਦਾਂ ਸਮਝ ਲਓ ਭਈ ਕਰੋਨਾ ਤੋਂ ਪਹਿਲਾਂ ਵਾਲੀਆਂ ਇਲੈਕਸ਼ਨ ਕੁਝ ਹੋਰ ਹੁੰਦੀਆਂ ਸਨ ਤੇ ਕਰੋਨਾ ਤੋਂ ਬਾਅਦ ਵਾਲੀਆਂ ਇਲੈਕਸ਼ਨ ਹੁਣ ਕੁਝ ਹੋਰ ਤਰ੍ਹਾਂ ਦੀਆਂ ਨੇ। ਲੀਡਰ ਵਿਹਲੇ ਨੇ, ਰੈਲੀਆਂ ਹੋ ਨਹੀਂ ਰਹੀਆਂ, ਰੋਡ ਸ਼ੋਜ਼ ਹੋ ਨਹੀਂ ਰਹੇ, ਵੱਡੀਆਂ ਸਭਾਵਾਂ ਹੋ ਨਹੀਂ ਰਹੀਆਂ, ਡੋਰ ਟੂ ਡੋਰ ਕਰਨ ਵਾਲੇ ਇਹ ਲੀਡਰ ਨਹੀਂ ਜੀ। ਇਹ ਵੱਡੇ ਲੀਡਰ ਨੇ, ਵੱਡਾ ਇਕੱਠ ਲੱਭਦੇ ਨੇ ਤੇ ਚੋਣ ਪ੍ਰਚਾਰ ਜਿਹੜਾ ਆ ਉਹ ਮੱਠਾ ਜਾਪਦਾ। ਟੀਮਾਂ ਬਣੀਆਂ ਹੋਈਆਂ ਨੇ, ਹਲਕਿਆਂ ਦੇ ਵਿੱਚ ਘੁੰਮ ਰਹੀਆਂ ਨੇ, ਕਿਤੇ ਕਿਸੇ ਦਾ ਪੁੱਤ ਵੋਟਾਂ ਮੰਗ ਰਿਹਾ, ਕਿਸੇ ਦੀ ਧੀ ਵੋਟਾਂ ਮੰਗ ਰਹੀ, ਕਿਸੇ ਦਾ ਨੋ ਵੋਟਾਂ ਮੰਗ ਰਹੀ ਤੇ ਕੋਈ ਆਪ ਵੋਟਾਂ ਮੰਗ ਰਿਹਾ। ਪਰ ਫਿਰ ਵੀ ਵੱਡੇ ਜਿਹੜੇ ਲੀਡਰ ਨੇ ਉਹਨਾਂ ਕੋਲ ਸਮਾਂ ਜਿਹੜਾ ਆ ਉਹ ਖਾਸਾ ਹੈਗਾ। ਫਿਰ ਉਹਨਾਂ ਦੇ ਕੋਲ ਹੁਣ ਕਰਾ ਕੇ ਕੰਮ ਜਿਹੜਾ ਦੋ ਹੀ ਨੇ, ਜਾਂ ਤੇ ਉਹ ਚੈਨਲ ਨੂੰ ਇੰਟਰਵਿਊ ਦਿੰਦੇ ਨੇ ਤੇ ਜਾਂ ਜਿਹੜੀ ਤੁਸੀਂ ਵੀਡੀਓ ਕਾਨਫਰੰਸ ਜਾਂ ਜਿਹਨੂੰ ਅਸੀਂ ਪ੍ਰੈਸ ਕਾਨਫਰੰਸ ਕਹਿੰਦੇ ਆ ਉਹ ਕਰਦੇ ਨੇ। ਉੱਥੇ ਉਹਨਾਂ ਸਾਹਮਣੇ ਮਾਈਕ ਜਿਹੜੇ ਨੇ ਉਹ ਚੋਖੀ ਗਿਣਤੀ 'ਚ ਪਏ ਹੁੰਦੇ ਨੇ ਤੇ ਉਹ ਚੰਗੀਆਂ ਗੱਲਾਂ ਕਰਦੇ ਨੇ। ਇਨਫੋਰਸਮੈਂਟ ਡਾਇਰੈਕਟੋਰੇਟ, ਈਡੀ ਜਾਂ ਪਰਿਵਰਤਨ ਨਿਰਦੇਸ਼ਾਲਿਆ, ਇਹ ਇੱਕ ਕੇਂਦਰੀ ਏਜੰਸੀਆਂ ਨੇ ਤੇ ਛਾਪੇ ਮਾਰਦੀਆਂ ਰਹਿੰਦੀਆਂ ਨੇ। ਅਸੀਂ ਬੀਤੇ ਦਿਨਾਂ ਦੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕੀਤਾ ਕਿ ਬੀਤੇ 9-10 ਸਾਲ ਦੇ ਵਿੱਚ ਇਹਨਾਂ ਨੇ 1500 ਤੋਂ 1700 ਦੇ ਕਰੀਬ ਛਾਪੇ ਜਿਹੜੇ ਨੇ ਮਾਰੇ ਨੇ ਤੇ ਕਨਵਿਕਸ਼ਨ ਜਿਹੜੀ ਆ ਉਹ 9 ਕੇਸਾਂ 'ਚ ਹੋਈ। ਸਜ਼ਾ ਜਿਹੜੀ ਆ ਉਹ 1700 ਦੇ ਪਿੱਛੇ 9 ਕੇਸਾਂ 'ਚ ਹੋਈ। ਉਹਦਾ ਪਰਸੈਂਟੇਜ, ਉਹਦੀ ਫੀਸਦੀ ਜਿਹੜੀ ਆ ਉਹ ਦਰਸ਼ਕ ਆਪ ਬਣਾ ਲੈਣ ਤੇ ਫਿਰ ਉਹ ਇਹ ਸਮਝ ਸਕਣਗੇ ਕਿ ਇਹ ਜਿਹੜੀਆਂ ਏਜੰਸੀਆਂ ਨੇ ਇਹਨਾਂ ਦੀ ਵਰਤੋਂ ਕਿਉਂ ਹੁੰਦੀ ਆ, ਕਿੱਦਾਂ ਹੁੰਦੀ ਆ, ਕਿੰਨੀ ਕੁ ਸਾਰਥਕ ਆ ਤੇ ਕਿੰਨੀ ਕੁ ਉਹ ਜਿਹੜੀ ਆ ਸਿਆਸੀ ਤੌਰ ਤੇ ਲਾਹੇ ਲੈਣ ਵਾਲੀ ਵਰਤੋਂ ਆ।
1700 ਦੇ ਪਿੱਛੇ ਜਦੋਂ ਜਾਂ 9 ਕੇਸਾਂ ਦੇ ਵਿੱਚ ਸਜ਼ਾ ਹੋਣੀ ਤੇ ਬਾਕੀ ਕੇਸਾਂ ਦਾ ਖੁਰਦ-ਬੁਰਦ ਹੋ ਜਾਣਾ, ਠੰਡੇ ਬਸਤੇ ਵਿੱਚ ਪਏ ਰਹਿਣਾ, ਇਹ ਗੱਲ ਸਿੱਧ ਕਰਦਾ ਕਿ ਇਹ ਜਿਹੜੀਆਂ ਏਜੰਸੀਆਂ ਨੇ ਇਹਨਾਂ ਦੀ ਵਰਤੋਂ ਸਿਆਸਤ ਲਈ ਹੀ ਕੀਤੀ ਜਾਂਦੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਏਜੰਸੀਆਂ ਦੇ ਕੀਤੇ ਹੋਏ ਕੰਮ ਗਲਤ ਹੁੰਦੇ ਨੇ, ਇਹਨਾਂ ਦੇ ਕੰਮ ਤਾਂ ਠੀਕ ਹੁੰਦੇ ਨੇ, ਪਰ ਉਹਨਾਂ ਨੂੰ ਨੇਪਰੇ ਚਾੜਨ ਦਾ ਯਤਨ ਬਾਅਦ ਵਿੱਚ ਨਹੀਂ ਹੁੰਦਾ, ਸਿਰਫ ਪਹਿਲਾਂ ਉਹਦੀ ਵਰਤੋਂ ਹੀ ਕਰ ਲਈ ਜਾਂਦੀ ਹੈ। ਸੋ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਤੇ ਉਹਨਾਂ ਦਾ ਵੀ ਜ਼ਿਕਰ ਆ ਗਿਆ ਵੱਡੇ ਸਿਆਸਤਦਾਨਾਂ ਦੇ ਵਿੱਚ ਪੰਜਾਬ ਦਿਆਂ 'ਚ। ਪਹਿਲਾਂ ਤੇ ਉਹਨਾਂ ਦਾ ਜ਼ਿਕਰ ਮਖੌਲੀਆ ਅੰਦਾਜ਼ 'ਚ ਕੀਤਾ ਜਾਂਦਾ ਸੀ ਜਦੋਂ ਉਹ ਮੀਟੂ ਦੇ ਆਰੋਪਾਂ 'ਚ ਘਿਰੇ ਸੀ, ਜਾਂ ਇੱਕ ਵਾਰ ਉਹਨਾਂ ਨੇ ਪੈਚ ਵਰਕ ਵਾਲੀ ਗੱਲ ਕੀਤੀ ਸੀ। ਸੋ ਉਸ ਤੋਂ ਬਾਅਦ ਹੁਣ ਜਿਹੜਾ ਹਾਲਾਤ ਨੇ, ਜਿਹੜੀ ਸਿਚੁਏਸ਼ਨ ਆ, ਉਹ ਬਦਲ ਗਈ ਜੀ। ਉਹਨਾਂ ਦੇ ਇੱਕ ਰਿਸ਼ਤੇਦਾਰ ਦੇ, ਨੇੜਲੇ ਰਿਸ਼ਤੇਦਾਰ ਦੇ ਘਰ ਛਾਪਾ ਪਿਆ ਤੇ ਕਰੋੜਾਂ ਦੇ ਵਿੱਚ ਜਿਹੜੀ ਨਕਦੀ ਸੀ ਉਹ ਫੜੀ ਗਈ। ਉਸ ਤੋਂ ਬਾਅਦ ਸਾਰਿਆਂ ਨੂੰ ਹੀ ਬੋਲਣ ਦਾ ਮੌਕਾ ਮਿਲਿਆ। ਤੁਸੀਂ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਦੀ ਗੱਲ ਕੀਤੀ, ਕੈਪਟਨ ਸਾਹਿਬ ਨੇ ਵੀ ਅੱਜ ਗੱਲਾਂ ਕੀਤੀਆਂ ਚੰਨੀ ਸਾਹਿਬ ਦੀ ਸਰਕਾਰ ਨੂੰ, ਉਹਨਾਂ ਨੇ ਸੂਟਕੇਸ ਦੀ ਸਰਕਾਰ ਦੱਸਿਆ। ਤੇ ਫਿਰ ਜਦੋਂ ਉਹ ਸੂਟਕੇਸ ਦੀ ਸਰਕਾਰ ਵਾਲੀ ਮੈਂ ਗੱਲ ਸੁਣਦਾ ਸੀ ਤੇ ਮੈਨੂੰ ਯਾਦ ਆਇਆ ਬੀਬੀ ਨਵਜੋਤ ਕੌਰ ਸਿੱਧੂ, ਉਹਨਾਂ ਨੇ ਵੀ ਇੱਕ ਦਿਨ ਕਿਹਾ ਸੀਗਾ ਕਿ ਕੈਪਟਨ ਸਾਹਿਬ ਦੀ ਜਿਹੜੀ ਸਹੇਲੀ ਸੀ ਉਹ ਵੀ ਸੂਟਕੇਸ ਨਾਲ ਹੀ ਡੀਲ ਕਰਦੀ ਸੀ ਤੇ ਬਹੁਤ ਸਾਰੇ ਸੂਟਕੇਸ ਇੱਧਰੋਂ ਉੱਧਰ ਹੁੰਦੇ ਰਹੇ ਨੇ। ਸੋ ਇਹ ਜਿਹੜੇ ਇਲਜ਼ਾਮ ਨੇ ਇੱਕ ਦੂਜੇ ਦੇ ਉੱਤੇ ਲੱਗਦੇ ਰਹਿੰਦੇ ਨੇ, ਇਹਨਾਂ ਦੇ ਵਿੱਚ ਸੱਚਾਈ ਕਿੰਨੀ ਆ ਇਹ ਆਮ ਲੋਕ ਬਹੁਤ ਵਾਰ ਜਾਣਦੇ ਵੀ ਨੇ, ਕਿਉਂਕਿ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਨੇ ਤੇ ਪਰ ਉਹਨਾਂ ਚੀਜ਼ਾਂ ਨੂੰ ਤੁਸੀਂ ਪ੍ਰੂਫ ਨਹੀਂ ਕਰ ਸਕਦੇ। ਸੋ ਇਹ ਜਿਹੜੀ ਗੱਲ ਹੈਗੀ ਆ ਇਲਜ਼ਾਮ ਲਾਉਣ ਦੀ ਜਾਂ ਚੰਨੀ ਸਾਹਿਬ ਦੇ ਨੇੜਲੇ ਦੇ ਘਰੋਂ ਕਰੋੜਾਂ ਦੇ ਵਿੱਚ ਰੁਪਈਏ ਫੜੇ ਜਾਣ ਦੀ, ਚੰਨੀ ਸਾਹਿਬ ਕਹਿੰਦੇ ਮੈਨੂੰ ਫਾਂਸੀ ਲਾ ਦਿੰਦੇ ਜੇ ਮੇਰੇ ਕੋਲ ਮਿਲਦੇ ਤਾਂ। ਦੇਖੋ, ਜਿਹਦੇ ਕੋਲੋਂ ਮਿਲੇ ਸੀ ਫਾਂਸੀ ਤੇ ਉਹਨਾਂ ਨੂੰ ਵੀ ਨਹੀਂ ਕਿਸੇ ਨੇ ਲਾਇਆ, ਚਾਹੇ ਉਹ ਲਾਲੂ ਪ੍ਰਸਾਦ ਯਾਦਵ ਹੋਣ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦਾ ਸਿਟੀ ਸੈਂਟਰ ਘੁਟਾਲਾ ਹੋਵੇ, ਤੇ ਚਾਹੇ ਉਹ ਹੋਰ ਇੱਦਾਂ ਦੇ ਹਜ਼ਾਰਾਂ ਘੁਟਾਲੇ ਤੁਸੀਂ ਗਿਣ ਸਕਦੇ ਹੋ, ਚਾਹੇ ਉਹ ਪੰਜਾਬ ਦੇ ਹੋਣ ਤੇ ਚਾਹੇ ਪੰਜਾਬ ਤੋਂ ਬਾਹਰਲੇ ਹੋਣ, ਚਾਹੇ ਉਹ ਕੈਪਟਨ ਬਾਦਲ ਸਾਹਿਬ ਦੀਆਂ ਔਰਬਿਟ ਟਰਾਂਸਪੋਰਟ ਦੀ ਗੱਲ ਹੋਵੇ। ਤੁਹਾਨੂੰ ਯਾਦ ਹੋਣਾ ਇੱਕ ਕੇਸ ਕਿ ਸੱਚ ਝੂਠ ਦੀ ਗੱਲ ਹੁੰਦੀ ਸੀ ਤੇ ਜਦੋਂ ਇੱਕ ਔਰਤ ਨੂੰ ਬੱਸ 'ਚੋਂ ਸੁੱਟ ਦਿੱਤਾ ਗਿਆ ਸੀ ਤੇ ਉਹ ਕੇਸ ਬੜਾ ਭਖਿਆ ਸੀ ਤੇ ਸੰਸਦ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀਗਾ ਕਿ ਮੈਨੂੰ ਨਹੀਂ ਪਤਾ ਕਿ ਇਹ ਜਿਹੜੀ ਟਰਾਂਸਪੋਰਟ ਆ ਉਹ ਕਿਹਦੀ ਆ। ਸੋ ਇਹ ਜਿਹੜਾ ਫਾਂਸੀ ਲਾਉਣ ਵਾਲੀ ਗੱਲ ਆ, ਇਹਨੂੰ ਤੁਸੀਂ ਬਿਲਕੁਲ ਉਸ ਸਿਆਸੀ ਬਿਆਨ ਦੇ ਤੌਰ ਤੇ ਦੇਖ ਸਕਦੇ ਆ। ਗੱਲ ਸੀਗੀ ਬਿਕਰਮਜੀਤ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ ਦੀ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਇੱਕ ਵਿਸਲ ਬਲੋਅਰ ਵੀ ਦਿਖਾਏ, ਨਾਲ ਸ਼੍ਰੀਮਾਨ ਜੀ ਬੈਠੇ ਸੀ ਜਿਹੜੇ ਦੱਸ ਰਹੇ ਸੀ ਕਿ ਮੈਂ ਇਸ ਸਾਰੇ ਖੇਡ ਦੇ ਵਿੱਚ ਇਹਨਾਂ ਦੇ ਨਾਲ ਰਿਹਾ, ਮੈਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਤੇ ਹੁਣ ਮੇਰੀ ਜਾਨ ਨੂੰ ਖਤਰਾ ਵੀ ਜਿਹੜਾ ਆ ਉਹਨਾਂ ਨੇ ਦੱਸਿਆ ਜੀ। ਪਰ ਗੱਲ ਕੁੱਲ ਮਿਲਾ ਕੇ ਜਿੰਨੀ ਕੁ ਹੁਣ ਤੱਕ ਹੋ ਚੁੱਕੀ ਆ ਕਿ ਹਨੀ ਜਿਹੜਾ ਆ ਉਹ ਇਹਨਾਂ ਦਾ ਰਿਸ਼ਤੇਦਾਰ ਆ ਤੇ ਉਹਦੇ ਘਰੋਂ ਪੈਸੇ ਫੜੇ ਨੇ ਤੇ ਉਹਦੇ ਕੋਲ ਲਾਲ ਬੱਤੀ ਦੀ ਕਾਰ ਸੀ, ਉਹ ਬਹੁਤ ਸਾਰੇ ਵੱਡੇ ਰੈਕੇਟਸ ਨੂੰ ਡੀਲ ਕਰਦੇ ਆ, ਉਹ ਰੇਤ ਮਾਫੀਏ ਨੂੰ ਡੀਲ ਕਰਦੇ ਆ। ਤੇ ਇਹ ਗੱਲ ਤੇ ਬਹੁਤ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਜਿੱਥੇ ਜਿੱਥੇ ਰੇਤ ਹੈ, ਜਿਹੜੇ ਐਮਐਲਏ ਦੇ ਹਲਕੇ 'ਚ ਆਉਂਦੀ ਆ, ਉਹਦਾ ਨਾਮ ਉਹਦੇ ਨਾਲ ਜੁੜਿਆ ਹੋਇਆ ਜੀ, ਕਿਸੇ ਦੇ ਨਾਮ ਨਾਲ ਹੀ ਰੇਤੋ ਵਾਲੀਆ ਲਾ ਦਿੱਤਾ ਜਾਂਦਾ। ਇਹ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ, ਪਰ ਗੱਲ ਤੇ ਇਹ ਆ ਕਿ ਇਹਨਾਂ ਮਾਮਲਿਆਂ ਦਾ, ਇਹਨਾਂ ਪ੍ਰੈਸ ਕਾਨਫਰੰਸਿਸ ਦਾ ਅੰਤ ਕੀ ਹੋਵੇਗਾ। ਬਹੁਤ ਵਾਰ ਇਹ ਗੱਲ ਕਹੀ ਜਾਂਦੀ ਆ ਕਿ ਜੇਕਰ ਤੁਹਾਡੇ ਕੋਲ ਸਬੂਤ ਨੇ ਤੁਸੀਂ ਪ੍ਰੈਸ ਕਾਨਫਰੰਸ ਕਿਉਂ ਕਰਦੇ ਆ। ਜੇਕਰ ਉਸ ਵਿਸਲ ਬਲੋਅਰ ਕੋਲ ਸਬੂਤ ਨੇ, ਬਿਕਰਮਜੀਤ ਸਿੰਘ ਮਜੀਠੀਆ ਕੱਲ ਆਪਣੀ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ 'ਚ ਗਏ ਸੀ, ਇਹਨਾਂ ਨੇ ਫੇਰ ਇੱਕ ਅਰਜੀ ਲਾਈ ਕਿ ਸਰਕਾਰ ਮੇਰੇ ਨਾਲ ਇਹ ਕਰ ਰਹੀ ਆ, ਸਰਕਾਰ ਮੇਰੇ ਨਾਲ ਉਹ ਕਰ ਰਹੀ ਆ, ਤੇ ਸਿੱਧੂ ਸਾਹਿਬ ਦੇ ਬਿਆਨ ਮੇਰੇ ਖਿਲਾਫ ਨੇ, ਚੰਨੀ ਸਾਹਿਬ ਦੇ ਬਿਆਨ ਮੇਰੇ ਖਿਲਾਫ ਨੇ, ਤੇ ਹਾਈ ਕੋਰਟ 'ਚ ਪਟੀਸ਼ਨ ਪਾਈ ਇਹਨਾਂ ਨੇ, ਇੱਕ ਆਪਣੀ ਐਪਲੀਕੇਸ਼ਨ ਇੱਕ ਹੋਰ ਲਾਈ। ਤੇ ਕਿਉਂ ਨਹੀਂ ਇਸ ਵਿਸਲ ਬਲੋਅਰ ਨੂੰ ਲੈ ਕੇ ਵੀ ਹਾਈ ਕੋਰਟ ਦੇ ਵਿੱਚ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰਦੇ ਜਾਂ ਚੰਨੀ ਸਾਹਿਬ ਤੇ ਕੇਸ ਕਰਦੇ ਇੱਕ ਇਹਨਾਂ ਸਾਰੇ ਸਬੂਤਾਂ ਨੂੰ ਲੈ ਕੇ। ਸੋ ਕੁੱਲ ਮਿਲਾ ਕੇ ਸਵਲੀਨ ਜੀ ਗੱਲ ਇਸ ਗੱਲ ਤੇ ਖੜੀ ਆ ਕਿ ਇਹ ਸਾਰੇ ਹੀ ਲੋਕ, ਚਾਹੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ, ਚਾਹੇ ਕਾਂਗਰਸ ਨਾਲ ਜੁੜੇ ਹੋਏ ਨੇ, ਚਾਹੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਚਾਹੇ ਕੈਪਟਨ ਸਾਹਿਬ ਨਾਲ ਜੁੜੇ ਹੋਏ ਨੇ, ਇਹਨਾਂ ਦਾ ਜਿਹੜਾ ਕੰਮ ਆ, ਇਹਨਾਂ ਦਾ ਜਿਹੜਾ ਮਸਲਾ ਆ ਉਹ ਇਸ ਗੱਲ ਤੇ ਆ ਕਿ ਅਸੀਂ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ, ਆਪਣੇ ਆਪ ਨੂੰ ਸੱਚੇ ਸੁੱਚੇ ਕਿਵੇਂ ਦਿਖਾਉਣਾ। ਜਦੋਂ ਇਹਨਾਂ ਲੋਕਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਤੇ ਇਹ ਕਹਿੰਦੇ ਨੇ ਕਿ ਸਾਡੇ ਤੇ ਬਦਲੇ ਦੀ ਕਾਰਵਾਈ ਆ। ਉਹ ਹੁਣ ਅੱਜ ਵੀ ਉਹ ਕਹਿ ਰਹੇ ਨੇ ਕਿ ਚੰਨੀ ਸਾਹਿਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਮਿਲੀ ਭੁਗਤ ਨਾਲ ਕੰਮ ਕਰ ਰਹੀ ਹੈ। ਚੰਨੀ ਸਾਹਿਬ ਕਹਿੰਦੇ ਨੇ ਕਿ ਮਜੀਠੀਆ ਸਾਹਿਬ ਤੇ ਕੇਂਦਰ ਸਰਕਾਰ ਰਲ ਕੇ ਕੰਮ ਕਰ ਰਹੇ ਨੇ, ਤੇ ਚੰਨੀ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਕੈਪਟਨ ਸਾਹਿਬ ਹੀ ਸਾਰਾ ਕੁਝ ਕਰਵਾ ਰਹੇ ਨੇ। ਦੇਖੋ, ਇਸ ਹਮਾਮ 'ਚ ਇਹ ਸਾਰੇ ਹੀ ਨੰਗੇ ਨੇ। ਚੋਣਾਂ ਦਾ ਦੌਰ ਆ, ਜਿਹਦਾ ਦਾ ਲੱਗਦਾ, ਜਿੰਨੇ ਦਾ ਲੱਗਦਾ ਇਲਜ਼ਾਮ ਇੱਕ ਦੂਜੇ ਤੇ ਲਾ ਕੇ ਤੇ ਲੋਕਾਂ ਨੂੰ ਆਪਣੇ ਵੱਲੇ ਕਰਨ ਦਾ ਯਤਨ ਕਰਦੇ ਨੇ ਜੀ। ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਈ ਭਾਜਪਾ ਦੀ ਜੇ ਗੱਲ ਕਰੀਏ ਤੇ ਕੱਲ ਉਹਨਾਂ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ। ਕੀ ਕਹਿੰਦੀ ਉਹਨਾਂ ਦੀ ਸੂਚੀ? ਬਿਲਕੁਲ ਜੀ, ਭਾਜਪਾ ਇਸ ਵਾਰ ਵੱਡੇ ਰੂਪ ਦੇ ਵਿੱਚ ਪੰਜਾਬ ਦੇ
ਸਿਆਸੀ ਪਰਿਪੇਖ ਦੇ ਉੱਤੇ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ 20-22 ਸੀਟਾਂ ਤੇ ਛੋਟੇ ਭਰਾ ਦੀ ਹੈਸੀਅਤ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਲੜਦੇ ਸੀ। ਹੁਣ ਉਹਨਾਂ ਨੇ 2 ਛੋਟੇ ਭਾਈਵਾਲ ਲੱਭੇ ਨੇ। ਅਕਾਲੀ ਦਲ ਸੰਯੁਕਤ ਢੀਂਡਸਾ ਸਾਹਿਬ ਵਾਲੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਬਣੀ ਹੋਈ ਪੰਜਾਬ ਲੋਕ ਕਾਂਗਰਸ, ਜਿਹਦਾ ਹਾਲੇ ਨਾਮ ਨਿਸ਼ਾਨ ਜਿਹੜਾ ਆ ਕੋਈ ਚੋਣ ਨਿਸ਼ਾਨ ਨਜ਼ਰ ਨਹੀਂ ਆ ਰਿਹਾ। ਕੱਲ ਨੂੰ ਉਹਨਾਂ ਨੇ ਮੁੜ ਕੇ ਜਿਹੜੀ ਆਪਣੀ ਲੜਾਈ ਲੜਨੀ ਆ ਉਹ ਕਿਸ ਨਿਸ਼ਾਨ ਤੇ ਲੜਨੀ ਆ, ਕਿਸ ਹੱਕ ਨਾਲ ਲੜਨੀ ਆ, ਉਹਦਾ ਹਾਲੇ ਉਹਨਾਂ ਨੂੰ ਆਪ ਵੀ ਨਹੀਂ ਪਤਾ। ਪਤਾ ਨਹੀਂ ਬਾਅਦ ਵਿੱਚ ਇਹ ਇੱਕੋ ਹੀ ਨਿਸ਼ਾਨ ਤੇ ਵੀ ਲੜ ਸਕਦੇ ਨੇ, ਕਿਉਂਕਿ ਬੀਜੇਪੀ ਦੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਜਦੋਂ ਦਿੱਲੀ 'ਚ ਲੜਦੇ ਸੀ ਤੇ ਉਹਨਾਂ ਦਾ ਚੋਣ ਨਿਸ਼ਾਨ ਵੀ ਬੀਜੇਪੀ ਵਾਲਾ ਹੋ ਜਾਂਦਾ ਸੀ। ਇਹ ਗੱਲਾਂ ਸਿਰਫ ਔਰ ਸਿਰਫ ਸੱਤਾ ਪ੍ਰਾਪਤੀ ਦੀਆਂ ਨੇ। ਬੀਜੇਪੀ ਨੇ ਜਿਹੜੀ ਸੂਚੀ ਐਲਾਨ ਕੀਤੀ ਆ ਉਹਦੇ 'ਚ ਆਪਣੇ ਵੀ ਕੁਝ ਲੀਡਰ ਨੇ ਤੇ ਜਿਹੜੇ ਦੂਜੇ ਪਾਸਿਓਂ ਆਏ ਨੇ, ਜਿਹੜੇ ਉਹਨਾਂ ਨੇ ਆਪਣੀ ਵਾਸ਼ਿੰਗ ਮਸ਼ੀਨ 'ਚ ਧੋ ਕੇ ਵਧੀਆ ਸਾਫ਼ ਸੁਥਰੇ ਕੀਤੇ ਨੇ, ਉਹ ਵੀ ਨੇ। ਹਾਲਾਂਕਿ ਉਹਦੇ 'ਚ ਬਾਜਵਾ ਸਾਹਿਬ ਜਿਹੜੇ ਫਤਿਹ ਜੰਗ ਨੇ ਉਹਨਾਂ ਨੂੰ ਸੀਟ ਹਾਲੇ ਤੱਕ ਉਹਨਾਂ ਦੀ ਐਲਾਨ ਨਹੀਂ ਹੋਇਆ, ਪਰ ਰਾਣਾ ਸੋਢੀ ਨੂੰ ਟਿਕਟ ਜਿਹੜੀ ਆ ਉਹ ਦੇ ਦਿੱਤੀ ਗਈ ਆ ਤੇ ਨਾਲ ਦੀ ਨਾਲ ਕੈਪਟਨ ਦੇ ਬਹੁਤ ਖਾਸ ਅਰਵਿੰਦ ਖੰਨਾ ਉਹਨਾਂ ਨੂੰ ਵੀ ਟਿਕਟ ਜਿਹੜੀ ਆ ਉਹ ਦੇ ਦਿੱਤੀ। ਪਰ ਥੋੜਾ ਜਿਹਾ ਫਰਕ ਪੈ ਗਿਆ, ਉਹਨਾਂ ਨੂੰ ਟਿਕਟ ਸੰਗਰੂਰ ਤੋਂ ਦਿੱਤੀ। ਪਹਿਲਾਂ ਉਹ ਧੂਰੀ ਤੋਂ ਵੀ ਐਮਐਲਏ ਰਹੇ। ਅਸੀਂ ਆਸ ਕਰਦੇ ਸੀ ਕਿ ਬੀਜੇਪੀ ਉਹ ਵੱਡੇ ਕੱਦ ਦੇ ਨੇਤਾ ਨੇ, ਵੱਡੇ ਧਨਾੜ ਨੇਤਾ ਨੇ, ਜੇ ਉਹਨਾਂ ਨੂੰ ਧੂਰੀ ਤੋਂ ਹੀ ਲੜਾਉਂਦੇ ਤੇ ਮੁਕਾਬਲਾ ਹੋਰ ਸਖਤ ਦੇਖਣ ਨੂੰ ਮਿਲਦਾ, ਕਿਉਂਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਧੂਰੀ ਤੋਂ ਲੜ ਰਿਹਾ ਸੀ ਤੇ ਉੱਥੇ ਹੀ ਕਾਂਗਰਸ ਦੇ ਯੂਥ ਆਗੂ ਦਲਵੀਰ ਗੋਲਡੀ ਵੀ ਲੜ ਰਹੇ ਨੇ। ਤੇ ਜੇਕਰ ਬੀਜੇਪੀ ਆਪਣੇ ਕਿਸੇ ਵੱਡੇ ਲੀਡਰ ਨੂੰ ਉੱਥੋਂ ਲੜਾਉਂਦੇ ਤੇ ਮੁਕਾਬਲਾ ਦਿਲਚਸਪ ਹੋ ਜਾਣਾ ਸੀ। ਅੱਜ ਉੱਥੋਂ ਦਲਵੀਰ ਗੋਲਡੀ ਜੀ ਨੇ ਵੀ ਭਗਵੰਤ ਮਾਨ ਨੂੰ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਆ ਤੇ ਅਸੀਂ ਇਹ ਗੱਲ ਆਮ ਤੌਰ ਤੇ ਸੋਚਦੇ ਹਾਂ ਕਿ ਇੱਥੇ ਵੀ ਜਿਹੜੀਆਂ ਸਿੱਧੀਆਂ ਬਹਿਸਾਂ ਨੇ, ਇੱਕ ਪਲੇਟਫਾਰਮ ਤੇ ਬੈਠ ਕੇ ਦੋਨੋਂ ਹੀ ਲੀਡਰ ਆਪਣੇ ਹਲਕੇ ਦੀ ਗੱਲ ਕਰਨ, ਆਪਣੇ ਸਟੇਟ ਦੀ ਗੱਲ ਕਰਨ, ਬਰਾਬਰ ਦੇ ਲੀਡਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਉੱਥੇ ਬੈਠੇ, ਕਾਂਗਰਸ ਦਾ ਪ੍ਰਧਾਨ ਵੀ ਉੱਥੇ ਬੈਠੇ, ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਉੱਥੇ ਬੈਠੇ, ਕਿਸਾਨਾਂ ਦੇ ਲੀਡਰ ਵੀ ਉੱਥੇ ਬੈਠਣ ਤੇ ਬੈਠ ਕੇ ਬਹਿਸ ਹੋਵੇ ਤੇ ਉਹ ਜ਼ਿਆਦਾ ਚੰਗੀ ਗੱਲ ਹੋਵੇਗੀ, ਬਜਾਏ ਇਸ ਦੇ ਕਿ ਰੈਲੀਆਂ ਵਿੱਚ ਭੱਜਿਆ ਜਾਵੇ ਤੇ ਬਜਾਏ ਇਸ ਦੇ ਕਿ ਪ੍ਰੈਸ ਕਾਨਫਰੰਸ ਕਰਕੇ ਸਿਰਫ ਇੱਕ ਦੂਜੇ ਤੇ ਦੋਸ਼ ਜਿਹੜੇ ਆ ਉਹ ਲਾਏ ਜਾਣ। ਜੀ ਸ਼ਰਮਾ ਜੀ, ਪੰਜਾਬ ਦੀ ਸਿਆਸਤ ਦੇ ਕੁਝ ਪੰਨੇ ਹੋਰ ਵੀ ਥਲਦੇ ਆ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਭਾਜਪਾ ਦੀ ਚੱਲ ਰਹੀ ਆ ਕਿ ਕਿਸਾਨਾਂ ਨੇ ਜਿਨ੍ਹਾਂ ਦੇ ਘਰ ਦੇ ਬਾਹਰ ਗੋਹੇ ਦੀ ਟਰਾਲੀ ਲਾਤੀ ਸੀ, ਜਿਨ੍ਹਾਂ ਦਾ ਲੱਗਿਆ ਲਗਾਇਆ ਝੋਨਾ ਪੁੱਟ ਕੇ ਬਾਹਰ ਮਾਰਿਆ ਸੀ, ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਇਆ? ਪਹਿਲੀ ਸੂਚੀ 'ਚ ਆਏ ਕਿਤੇ ਨਾ ਉਹਨਾਂ ਦੇ? ਦੇਖੋ ਜੀ, ਝੋਨੇ ਵਾਲਿਆਂ ਦਾ ਨਹੀਂ ਆਇਆ ਤੇ ਗੋਹੇ ਦੀ ਟਰਾਲੀ ਵਾਲਿਆਂ ਦਾ ਜ਼ਰੂਰ ਆ ਗਿਆ। ਹਾਲਾਂਕਿ ਹੁਸ਼ਿਆਰਪੁਰ ਤੋਂ ਵੀ ਹੋਰ ਉਮੀਦਵਾਰ ਵੀ ਮੈਦਾਨ ਵਿੱਚ ਸਨ। ਹੁਸ਼ਿਆਰਪੁਰ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਨਿਪੁਨ ਸ਼ਰਮਾ, ਉਹ ਵੀ ਸੀਟ ਦੀ ਡਿਮਾਂਡ ਕਰ ਰਹੇ ਸੀ ਤੇ ਇੱਕ ਤਲਵਾੜ ਦੰਪਤੀ ਆ, ਉਹਨਾਂ ਦੀ ਵੀ ਸੀਟ ਨੂੰ ਲੈ ਕੇ ਆਸ ਸੀ ਤੇ ਇੱਕ ਹੋਰ ਵੀ ਸ਼ਖਸ ਸਨ, ਜਿਹੜੇ ਇੱਕ ਦੋ ਹੋਰ ਵੀ ਸਨ ਜੋ ਟਿਕਟ ਦੀ ਉਮੀਦ ਲਾਈ ਬੈਠੇ ਸੀ। ਪਰ ਬੀਜੇਪੀ ਨੇ ਆਪਣੇ ਪੁਰਾਣੇ ਖਿਲਾੜੀ ਤੇ ਹੀ ਪੱਤਾ ਜਿਹੜਾ ਹੁਸ਼ਿਆਰਪੁਰ ਤੋਂ ਖੇਡਿਆ। ਹਰਜੀਤ ਗਰੇਵਾਲ ਦਾ ਨਾਮ ਹਾਲੇ ਤੱਕ ਲਿਸਟ 'ਚ ਨਹੀਂ ਆਇਆ। ਹਾਲੇ ਕੁਝ ਬਾਹਰਲਿਆਂ ਨੂੰ ਟਿਕਟਾਂ ਦਿੱਤੀਆਂ ਨੇ, ਪਰ ਹਾਲੇ ਸਮਾਂ ਹੈ, ਇੱਕ ਲਿਸਟ ਹੋਰ ਆਵੇਗੀ। 34-35 ਸੀਟਾਂ ਹੀ ਐਲਾਨੀਆਂ ਹਨ। ਅਸ਼ਵਨੀ ਸ਼ਰਮਾ ਪ੍ਰਧਾਨ ਸਾਹਿਬ ਦਾ ਵੀ ਨਾਮ ਪਹਿਲਾਂ ਨਹੀਂ ਸੀ, ਫਿਰ ਦੁਬਾਰਾ ਰਾਤ ਨੂੰ ਉਹਨਾਂ ਨੂੰ ਵੀ ਉਸ ਲਿਸਟ ਵਿੱਚ ਜੋੜਿਆ ਗਿਆ। ਪਠਾਨਕੋਟ ਤੋਂ ਪਹਿਲਾਂ ਵੀ ਚੋਣ ਲੜੀ ਸੀ ਤੇ ਇਸ ਵਾਰ ਫਿਰ ਉਹ ਉਮੀਦਵਾਰ ਬਣਾਏ ਗਏ ਹਨ। ਤੇ ਦੇਖਦੇ ਹਾਂ ਇਸ ਵਾਰ ਦੀ ਲਿਸਟ ਜਿਹੜੀ ਆ ਉਹ ਰਲੀ ਮਿਲੀ ਆ ਤੇ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹੀ ਲਿਸਟ ਜਿਹੜੀ ਆਉਂਦੀ ਆ। ਤੇ ਨਾਲ ਦੀ ਨਾਲ ਸੁਖਦੇਵ ਸਿੰਘ ਢੀਂਡਸਾ ਨੇ ਵੀ 10-12 ਕੈਂਡੀਡੇਟ ਦੀ ਲਿਸਟ ਦੇ ਦਿੱਤੀ। ਉਹਨਾਂ ਦੇ ਆਪਣੇ ਪੁੱਤਰ ਇਸ ਲਿਸਟ 'ਚ ਸ਼ਾਮਲ ਨੇ। ਕੈਪਟਨ ਸਾਹਿਬ ਦੀ ਲਿਸਟ ਦੀ ਉਡੀਕ ਹੋ ਰਹੀ ਆ, ਪਰ ਉਮੀਦ ਆ ਕਿ ਕੈਪਟਨ ਸਾਹਿਬ ਆਪਣੀ ਪਟਿਆਲੇ ਵਾਲੀ ਸੀਟ ਤੋਂ ਹੀ ਲੜਨਗੇ। ਬਹੁਤ ਸਾਰੀਆਂ ਸੀਟਾਂ ਇਸ ਵਾਰ ਬਹੁਤ ਰੌਚਕ ਇਲੈਕਸ਼ਨ ਪੇਸ਼ ਕਰ ਰਹੀਆਂ, ਕਿਉਂਕਿ ਹਰ ਸੀਟ ਦੇ ਉੱਤੇ ਘੱਟ ਤੋਂ ਘੱਟ 5 ਉਮੀਦਵਾਰ ਤੇ ਦੇਖਣ ਨੂੰ ਮਿਲਣਗੇ ਹੀ। ਇੱਕ ਬੀਜੇਪੀ ਵਾਲੇ ਗੱਠਜੋੜ ਦਾ, ਇੱਕ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਾਲੇ ਗੱਠਜੋੜ ਦਾ, ਇੱਕ ਆਮ ਆਦਮੀ ਪਾਰਟੀ ਦਾ, ਇੱਕ ਕਾਂਗਰਸ ਦਾ ਤੇ ਬਹੁਤ ਜਗ੍ਹਾ ਦੇ ਉੱਤੇ ਕਿਸਾਨਾਂ ਦੇ ਉਮੀਦਵਾਰ ਵੀ ਦੇਖਣ ਨੂੰ ਮਿਲਣਗੇ। ਤੇ ਨਾਲ ਦੀ ਨਾਲ ਹੋਰ ਵੀ ਕਈ ਪਾਰਟੀਆਂ ਜਿਹੜੀਆਂ ਨੇ ਛੋਟੇ ਪੱਧਰ ਦੇ ਉੱਤੇ ਆਪਣੇ ਆਪਣੇ ਉਮੀਦਵਾਰ ਐਲਾਨ ਕਰਨਗੀਆਂ। ਸੋ ਮੁਕਾਬਲਾ ਜਿਹੜਾ ਆ ਉਹ ਤੁਹਾਨੂੰ ਬੜਾ ਦਿਲਚਸਪ ਦਿਸਣ ਵਾਲਾ ਹੈ ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ। ਤੇ ਜਦੋਂ ਤੁਹਾਡਾ ਇਲੈਕਸ਼ਨ ਦਾ ਜਿਹੜਾ ਦਾਇਰਾ ਉਹ ਮਲਟੀ ਕਾਰਨਰ ਹੋ ਜਾਣਾ, ਫਿਰ ਮਾਰਜਨ ਵੀ ਬਹੁਤ ਘਟਣਗੇ ਤੇ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਹੈਰਾਨੀਜਨਕ ਸਿੱਟੇ ਵੀ ਦੇਖਣ ਨੂੰ ਮਿਲ ਸਕਦੇ। ਜੀ ਵਾਪਸ ਆਉਂਦੇ ਆ ਪੰਜਾਬ ਕਾਂਗਰਸ ਤੇ। ਉਹ ਕਿਸੇ ਚੋਣ ਮੈਨੀਫੈਸਟੋ ਦੀ ਗੱਲ ਕਰਦੀ ਨਜ਼ਰ ਆਉਂਦੀ ਆ ਤੇ ਸਿੱਧੂ ਹੋਰੀ ਅੱਜ ਫਿਰ ਪੰਜਾਬ ਮਾਡਲ ਦੀਆਂ ਦੁਹਾਈਆਂ ਦਿੰਦੇ ਨਜ਼ਰ ਆ ਰਹੇ ਸੀ।
ਦੇਖੋ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਰਾਹ ਫੜੀ ਹੋਈ ਆ ਉਹ ਰਾਹ ਉਹਨਾਂ ਨੂੰ ਹੁਣ ਤੱਕ ਲਗਭਗ ਕੱਲਿਆਂ ਕਰ ਗਈ ਆ। ਸਿੱਧੂ ਸਾਹਿਬ ਦੇ ਨਾਲ ਕੋਈ ਵੀ ਬੰਦਾ ਨਜ਼ਰ ਨਹੀਂ ਆਉਂਦਾ। ਜੇਕਰ ਅੱਜ ਦੀ ਗੱਲ ਕਰੀਏ ਤੇ ਜੇ ਅਸੀਂ 117 MLA ਨੇ 77 ਤੋਂ ਵੀ 1-2 ਲੋਕ ਵੱਧ ਉਹਨਾਂ ਦੀ ਪਾਰਟੀ ਦੇ ਨੇ, ਪਰ ਜੇਕਰ ਧੜੇ ਦੀ ਗੱਲ ਕਰੀਏ ਤੇ ਹਾਲਾਂਕਿ ਚੋਣ ਜਾਬਤਾ ਲਾਗੂ ਹੋ ਗਿਆ, ਸਾਰੇ ਦੇ ਸਾਰੇ ਲੋਕ ਬਿਜ਼ੀ ਨੇ, ਪਰ ਫਿਰ ਵੀ ਕੋਈ ਵੀ ਬੰਦਾ ਨਜ਼ਰ ਨਹੀਂ ਆਉਂਦਾ ਇਸ ਧੜੇ ਦੇ ਵਿੱਚ। ਸ਼ਰਮਾ ਜੀ ਮੈਂ ਇੱਥੇ ਰੋਕਣਾ ਚਾਹੂੰਗੀ ਤੁਹਾਨੂੰ, ਉਹ CM ਬਣਨ ਦੇ ਚਾਹਵਾਨ ਨੇ ਬੰਦੇ, ਉਹਨਾਂ ਦੇ ਨਾਲ ਨਜ਼ਰ ਨਹੀਂ ਆਉਂਦੇ। ਕਿਤੇ ਨਾ ਕਿਤੇ ਇਮੇਜ ਤਾਂ ਨਹੀਂ ਖਰਾਬ ਹੋ ਰਹੀ ਲੋਕਾਂ 'ਚ ਉਹਨਾਂ ਦੀ ਕਿ ਇਕੱਲੇ ਹੀ ਕਰੀ ਜਾਂਦੇ ਨੇ ਸਭ ਕੁਝ? ਦੇਖੋ ਤੁਸੀਂ ਯਾਦ ਕਰੋ ਉਸ ਦਿਨ ਨੂੰ ਜਦੋਂ 18 ਸਤੰਬਰ ਨੂੰ ਕੈਪਟਨ ਸਾਹਿਬ ਤੋਂ ਕੁਰਸੀ ਲੈ ਲਈ ਗਈ ਸੀ ਤੇ ਆਬਜ਼ਰਵਰ ਆਏ ਸੀ ਜਾਂ ਹਾਈ ਕਮਾਂਡ ਆਈ ਸੀ ਤੇ ਇੱਥੇ ਵੋਟਾਂ ਪਵਾਈਆਂ ਗਈਆਂ ਸੀ ਨਾ, ਉਹਨਾਂ ਦਾ ਉਦੋਂ ਵੀ ਪਿਛਲੇ ਪਾਸੇ ਸੀ। ਉਹਨਾਂ ਤੋਂ ਪਹਿਲੇ ਨਾਮ ਜਿਹੜੇ ਸੀ ਸਾਰੇ ਹੀ ਉਹਨਾਂ ਤੋਂ ਵੱਧ ਵੋਟਾਂ ਸੀ, ਚਾਹੇ ਤ੍ਰਿਪਤ ਰਜਿੰਦਰ ਬਾਜਵਾ ਦੀਆਂ ਹੋਣ, ਚਾਹੇ ਸੁਖਵਿੰਦਰ ਰੰਧਾਵਾ ਦੀਆਂ ਹੋਣ, ਤੇ ਚਾਹੇ ਚਰਨਜੀਤ ਚੰਨੀ ਦੀਆਂ ਹੋਣ, ਤੇ ਚਾਹੇ ਸੁਨੀਲ ਜਾਖੜ ਦੀਆਂ ਹੋਣ। ਹਾਲਾਂਕਿ ਚੰਨੀ ਸਾਹਿਬ ਦਾ ਨਾਮ ਉਹਨਾਂ ਵੋਟਾਂ ਦੇ ਵਿੱਚ ਨਹੀਂ ਸੀ, ਪਰ ਫਿਰ ਵੀ ਸਿੱਧੂ ਸਾਹਿਬ ਦੀ ਜਿਹੜੀ ਗਿਣਤੀ ਸੀ ਉਹ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਉਹਨਾਂ ਦੀ ਪਾਰਟੀ ਦੇ ਅੰਦਰ ਉਦੋਂ ਵੀ ਘੱਟ ਸੀ। ਪੰਜਾਬ ਮਾਡਲ ਦੀ ਉਹ ਗੱਲ ਕਰਦੇ ਨੇ, ਲੋਕ ਉਹਨਾਂ ਦੀਆਂ ਗੱਲਾਂ ਨੂੰ ਸੀਰੀਅਸਲੀ ਲੈਂਦੇ ਨੇ, ਉਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਬੰਦਾ ਮੁੱਦਿਆਂ ਦੀ ਗੱਲ ਕਰ ਰਿਹਾ, ਪਰ ਫਿਰ ਵੀ ਹਾਈ ਕਮਾਂਡ ਉਹਨਾਂ ਦਾ ਨਾਮ ਅੱਗੇ ਵਧਾਉਂਦੀ ਨਜ਼ਰ ਨਹੀਂ ਆਉਂਦੀ। ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਸੀ, ਕੇਂਦਰ ਤੋਂ ਵੀ ਆਬਜ਼ਰਵਰ ਆਏ ਹੋਏ ਸੀ, ਉਹਨਾਂ ਨੇ ਵੀ ਦੱਸਿਆ ਕਿ ਇਸ ਮੈਨੀਫੈਸਟੋ ਦੇ ਵਿੱਚ ਸਿਰਫ ਔਰ ਸਿਰਫ ਨਵਜੋਤ ਸਿੰਘ ਸਿੱਧੂ ਦੀਆਂ ਨਹੀਂ, ਸਾਰੇ ਹੀ ਲੀਡਰਾਂ ਦੀਆਂ ਜਾਂ ਸਾਰੇ ਹੀ ਲੋਕਾਂ ਦੇ ਜਿਹੜੇ ਦਿੱਤੇ ਗਏ ਸੁਝਾਅ ਨੇ ਉਹ ਸ਼ਾਮਿਲ ਹੋਣਗੇ। ਪੰਜਾਬ ਮਾਡਲ ਦੀ ਗੱਲ ਕਿੰਨੀ ਹੁੰਦੀ ਆ ਕਿੰਨੀ ਨਹੀਂ ਹੁੰਦੀ, ਨਵਜੋਤ ਸਿੰਘ ਸਿੱਧੂ ਵਾਲੇ ਪੁਆਇੰਟ ਉਹਦੇ 'ਚ ਰੱਖੇ ਜਾਂਦੇ ਨੇ ਕਿ ਨਹੀਂ ਰੱਖੇ ਜਾਂਦੇ ਨੇ, ਇਹ ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾਵੇਗਾ। ਪਰ ਨਵਜੋਤ ਸਿੰਘ ਸਿੱਧੂ ਬੀਤੇ ਦਿਨ ਹੀ ਇੱਕ ਮੀਟਿੰਗ ਕਰਦੇ ਸੀ, ਉਦੋਂ ਰਣਦੀਪ ਸੂਰਜਵਾਲਾ ਉਹਨਾਂ ਦੇ ਨਾਲ ਸਨ, ਅੱਜ ਵੀ ਉਹਨਾਂ ਦੇ ਨਾਲ ਕੇਂਦਰ ਤੋਂ ਹੀ ਆਏ ਹੋਏ ਕੁਝ ਲੀਡਰ ਬੈਠੇ ਸਨ, ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਪੰਜਾਬ ਮਾਡਲ ਆ ਉਹ ਇੱਕ ਆਈਡੀਅਲ ਚੋਣ ਮੈਨੀਫੈਸਟੋ ਵਰਗਾ ਹੈ, ਤੇ ਬਾਕੀ ਪਾਰਟੀਆਂ ਦੇ ਜਿਹੜੇ ਮੁੱਖ ਮੰਤਰੀਆਂ ਦੇ ਚਿਹਰੇ ਹਨ, ਦੇਖਣਾ ਹੋਵੇਗਾ ਕਿ ਕੀ ਉਹ ਇਸ ਮਾਡਲ ਨੂੰ ਫੋਲੋ ਕਰਦੇ ਨੇ, ਕੀ ਇਸ ਮਾਡਲ ਨੂੰ ਕਾਪੀ ਕਰਦੇ ਨੇ, ਜਾਂ ਇਸ ਤੋਂ ਵਧੀਆ ਕੋਈ ਮਾਡਲ ਪੰਜਾਬ ਨੂੰ ਦੇ ਪਾਉਂਦੇ ਨੇ। ਸੁਨੀਲ ਜੀ, ਗੱਲ ਇਹ ਕਈ ਵਾਰ ਕੀਤੀ ਜਾਂਦੀ ਆ, ADR ਵਰਗੀਆਂ ਸੰਸਥਾਵਾਂ ਜਾਂ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਬਹੁਤ ਵਾਰ ਇਹ ਡਿਮਾਂਡ ਰੱਖ ਚੁੱਕੀਆਂ ਹਨ। ਮੇਰਾ ਜੇਕਰ ਮੈਂ ਗਲਤ ਨਹੀਂ ਤੇ ਕੋਰਟ ਦੇ ਵਿੱਚ ਵੀ ਕਈ ਵਾਰ ਇਹ ਪਟੀਸ਼ਨਸ ਪਹੁੰਚੀਆਂ ਹਨ ਕਿ ਕਿਉਂ ਨਾ ਜਿਹੜਾ ਚੋਣ ਮੈਨੀਫੈਸਟੋ ਆ ਉਹਨੂੰ ਕਾਨੂੰਨੀ ਦਸਤਾਵੇਜ਼ ਬਣਾ ਦਿੱਤਾ ਜਾਵੇ, ਉਸ ਪਾਰਟੀ ਲਈ ਜੋ ਉਹਨਾਂ ਨੇ ਕਿਹਾ ਹੈ ਉਹਨੂੰ ਕਰਨਾ ਲਾਜ਼ਮੀ ਕਰ ਦਿੱਤਾ ਜਾਵੇ। ਉਹ ਜੇ ਨਹੀਂ ਇਸ ਚੀਜ਼ ਨੂੰ ਲਾਜ਼ਮੀ ਕਰਦੇ ਆ ਤਾਂ ਕਿਉਂ ਨਾ ਉਹਨਾਂ ਦੀ ਜਿਹੜੀ ਅਗਲੀ ਵਾਰ ਲਈ ਚੋਣ ਆ ਉਹ ਰੱਦ ਕਰ ਦਿੱਤੀ ਜਾਵੇ ਜੀ। ਪਰ ਅਸੀਂ ਜਾਣਦੇ ਹਾਂ ਕਿ ਚੋਣ ਮੈਨੀਫੈਸਟੋ ਨੂੰ ਅਸੀਂ ਆਮ ਤੌਰ ਤੇ ਝੂਠ ਦਾ ਪਲੰਦਾ ਵੀ ਕਹਿ ਲੈਂਦੇ ਹਾਂ, ਜਾਂ ਕਈ ਵਾਰ ਅਸੀਂ ਵਾਅਦਿਆਂ ਦਾ ਜਿਹੜਾ ਲਿਫਾਫਾ ਆ ਉਹ ਵੀ ਉਹਨੂੰ ਕਹਿੰਦੇ ਹਾਂ। ਹੋਰ ਵੀ ਬਹੁਤ ਸਾਰੇ ਨਾਮ ਵਿਸ਼ਲੇਸ਼ਣ ਇਹਨੂੰ ਦਿੱਤੇ ਜਾਂਦੇ ਨੇ। ਇਲੈਕਸ਼ਨ ਅਸੀਂ ਜਾਣਦੇ ਹਾਂ ਕਿ ਇੱਕ ਦੇ ਨਾਲ 5 ਸੂਬਿਆਂ 'ਚ ਨੇ। ਯੂਪੀ ਦੇ ਵਿੱਚ ਪ੍ਰਿਯੰਕਾ ਗਾਂਧੀ ਕਾਂਗਰਸ ਦੇ ਬੇੜੇ ਨੂੰ ਪਾਰ ਲਾਉਣ ਲਈ ਬਹੁਤ ਜਦੋਜਹਿਦ ਕਰ ਰਹੇ ਨੇ, ਹਾਲਾਂਕਿ ਉਹ ਧਰਾਤਲ ਦੇ ਉੱਤੇ ਬਹੁਤ ਕੰਮ ਕਰਦੇ ਨੇ, ਪਰ ਫਿਰ ਵੀ ਓਨੀਆਂ ਵੋਟਾਂ ਪੈਣ ਦੀ ਉਮੀਦ ਜਿਹੜੀ ਆ ਨਹੀਂ ਲਾਈ ਜਾ ਰਹੀ। ਤੁਹਾਨੂੰ ਯਾਦ ਹੋਵੇਗਾ ਉਹਨਾਂ ਨੇ ਲੜਕੀ ਹੂੰ ਲੜ ਸਕਤੀ ਹੂੰ ਵਰਗੇ ਨਾਅਰੇ ਦੀ ਗੱਲ ਕੀਤੀ ਸੀ, 40% ਸੀਟਾਂ ਵਿਮਨਸ ਨੂੰ ਦੇਣ ਦੀ ਗੱਲ ਕੀਤੀ ਸੀ, ਤੇ ਉਹਨਾਂ ਨੇ ਇੱਕ ਔਰਤਾਂ ਲਈ ਵੱਖਰਾ ਚੋਣ ਮੈਨੀਫੈਸਟੋ ਬਣਾਇਆ ਸੀ। ਤੇ ਕੱਲ ਉਹਨਾਂ ਨੇ ਨਾਲ ਦੀ ਨਾਲ ਇੱਕ ਯੂਥ ਲਈ ਮੈਨੀਫੈਸਟੋ ਜਾਰੀ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ ਕਿ 20 ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣਗੀਆਂ, ਤੇ 40% ਦੀ ਗੱਲ ਫਿਰ ਉਹਨਾਂ ਨੇ ਦੁਹਰਾਈ ਕਿ 20 ਲੱਖ ਜਦੋਂ ਨੌਕਰੀਆਂ ਯੂਪੀ ਦੇ ਵਿੱਚ ਕਾਂਗਰਸ ਸਰਕਾਰ ਦੇਵੇਗੀ ਤੇ 8 ਲੱਖ ਤੋਂ ਵੱਧ ਜਿਹੜੀਆਂ ਨੌਕਰੀਆਂ ਨੇ ਉਹ ਔਰਤਾਂ ਨੂੰ ਦਿੱਤੀਆਂ ਜਾਣਗੀਆਂ। ਤੇ ਅਸੀਂ ਜਾਣਦੇ ਹਾਂ ਕਿ ਮੋਦੀ ਸਰਕਾਰ ਜਦੋਂ ਸੱਤਾ 'ਚ ਆਈ ਸੀ ਤਾਂ ਇਹਨਾਂ ਨੇ ਹਰ ਸਾਲ 1 ਕਰੋੜ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ ਜੀ, ਤੇ ਕਰੋਨਾ ਦਾ ਦੌਰ ਐਸਾ ਆਇਆ ਤੇ 12 ਕਰੋੜ ਤੋਂ ਵੱਧ ਰੁਜ਼ਗਾਰ ਜਿਹੜੇ ਖੁੱਸ ਗਏ, ਤੇ ਬੈਂਕਿੰਗ ਸੈਕਟਰ ਨੂੰ ਹੀ ਉਹਨਾਂ ਨੇ ਨੈਸ਼ਨਲਾਈਜ਼ ਕਰਨ ਦੇ ਚੱਕਰਾਂ 'ਚ, ਬੈਂਕਾਂ ਨੂੰ ਮਰਜ ਕਰਨ ਦੇ ਚੱਕਰਾਂ ਦੇ ਵਿੱਚ ਲੱਖ ਤੋਂ ਵੱਧ ਰੁਜ਼ਗਾਰ ਜਿਹੜੇ ਨੇ ਉਹ, ਕਿਉਂਕਿ ਇੱਕ ਸ਼ਹਿਰ ਦੇ ਵਿੱਚ ਜਿਹੜੀਆਂ ਬੈਂਕਾਂ ਮਰਜ ਹੋਈਆਂ ਉਹਨਾਂ ਦੀਆਂ ਵੱਖ-ਵੱਖ ਬ੍ਰਾਂਚਾਂ ਸੀਗੀਆਂ, ਉਹਨਾਂ ਨੂੰ ਇਕੱਠੀਆਂ ਕਰਨ ਦੇ ਚੱਕਰ ਦੇ ਵਿੱਚ ਲੱਖ ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਘੱਟ ਕਰ ਦਿੱਤੀਆਂ। ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਜਦੋਂ ਚੋਣ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਨੇ ਬਹੁਤ ਉਤਸੁਕ ਹੁੰਦੇ ਆ ਕਿ ਕਿਹੜੀ ਪਾਰਟੀ ਕੀ ਕਰ ਰਹੀ ਆ, ਕੀ ਨਹੀਂ ਕਰ ਰਹੀ, ਕੀ ਉਹਨਾਂ ਦੇ ਅਗਲੇ 5 ਸਾਲ ਦਾ ਜਿਹੜਾ ਆ ਰੋਡ ਮੈਪ ਹੋਵੇਗਾ। ਨਵਜੋਤ ਸਿੰਘ ਸਿੱਧੂ ਵਧੀਆ ਗੱਲਾਂ ਕਰਦੇ ਨਜ਼ਰ ਆਉਂਦੇ ਨੇ, ਭਗਵੰਤ ਮਾਨ ਵੀ ਚੰਗੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਨੇ, ਅਸੀਂ ਕਿਸਾਨ ਮੋਰਚਾ ਹੀ ਉਹਨੂੰ ਕਹਿ ਦਿੰਦੇ ਆ, ਪਰ ਉਹ ਹੁਣ ਸੰਯੁਕਤ ਸਮਾਜ ਮੋਰਚਾ ਹੈ, ਉਹਦੇ ਲੀਡਰ ਵੀ ਵਧੀਆ ਗੱਲਾਂ ਕਰਦੇ ਨਜ਼ਰ ਆਉਂਦੇ ਨੇ। ਪਰ ਬਹੁਤ ਵਾਰ ਇਹ ਲੀਡਰ ਉਸ ਚੀਜ਼ ਨੂੰ ਸਾਰਥਕ ਰੂਪ ਦੇ ਵਿੱਚ ਕਿਵੇਂ ਲੈ ਕੇ ਆਉਣਾ ਉਹ ਦੱਸਣਾ ਭੁੱਲ ਜਾਂਦੇ ਨੇ। ਬਿਜਲੀ ਸਸਤੀ ਕਰ ਦੇਣੀ ਹੈ, ਇਹ ਬਹੁਤ ਸੌਖਾ ਗੱਲ ਹੈ ਕਹਿ ਦੇਣੀ, ਤੇ ਚੋਣਾਂ ਵਾਲੇ 2-4 ਮਹੀਨਿਆਂ ਲਈ ਸਸਤੀ ਕਰ ਦੇਣੀ ਵੀ ਸੌਖੀ ਆ, ਪਰ ਜਦੋਂ ਬਿਜਲੀ ਬੋਰਡ ਦੇ ਅੰਦਰ ਦੇ ਹਾਲਾਤ ਦੇਖਦੇ ਆ, ਮੁਲਾਜ਼ਮ ਨਹੀਂ ਹਨ, ਜਿਹੜੇ ਮੁਲਾਜ਼ਮ ਕਈ ਸਾਲਾਂ ਤੋਂ ਤਰੱਕੀਆਂ ਭਾਲਦੇ ਨੇ ਉਹਨਾਂ ਨੂੰ ਤਰੱਕੀਆਂ ਨਹੀਂ ਮਿਲ ਰਹੀਆਂ, ਇਨਫਰਾਸਟ੍ਰਕਚਰ ਨਾਂ ਦੀ ਕੋਈ ਚੀਜ਼ ਨਹੀਂ ਆ। ਤੁਸੀਂ ਆਪਣੇ
ਨੇੜਲੇ ਬਿਜਲੀ ਘਰ ਦੇ ਵਿੱਚ ਕੋਈ ਕੰਪਲੇਂਟ ਲਿਖਾ ਕੇ ਆਓ ਤੇ 2 ਬੰਦੇ ਆ ਤੇ ਜਾਣਗੇ ਬਿਜਲੀ ਠੀਕ ਕਰਨ। ਨਾ ਉਹਨਾਂ ਕੋਲ ਪੌੜੀ ਹੁੰਦੀ ਆ, ਨਾ ਪਲਾਸ ਹੁੰਦਾ, ਤੇ ਜੇ ਕੋਈ ਟਾਹਣੀ ਕੱਟਣੀ ਹੋਵੇ ਤਾਂ ਉਹਨਾਂ ਕੋਲ ਦਾਤਰ ਜਾਂ ਕੋਈ ਹਥਿਆਰ ਵੀ ਨਹੀਂ ਹੁੰਦਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬਹੁਤ ਧਿਆਨ ਮੰਗਦੀਆਂ ਨੇ। ਗੱਲਾਂ ਕਰਦੇ ਨੇ ਕਿ ਚੋਰ ਮੋਰੀਆਂ ਠੀਕ ਕਰਨੀਆਂ ਨੇ। ਰੇਤਾ ਵਾਲੀ ਜਿਹੜੀ ਗੱਲ ਹੈ, ਸਿੱਧੂ ਸਾਹਿਬ ਕਈ ਵਾਰ ਨਜ਼ਰ ਆਉਂਦੇ ਨੇ, ਪਰ ਰੇਤ ਮਾਫੀਏ ਦਾ ਪੰਜਾਬ 'ਚ ਕੀ ਹਾਲ ਹੈ ਉਹ ਅਸੀਂ ਸਾਰੇ ਜਾਣਦੇ ਹਾਂ। ਤੁਸੀਂ ਕਹਿੰਦੇ ਗੱਲਾਂ ਬੜੀਆਂ ਸੋਹਣੀਆਂ ਕਰਦੇ ਨੇ, ਪੜ੍ਹੀਆਂ ਪੜ੍ਹਾਈਆਂ ਲਿਖੀਆਂ ਲਿਖਾਈਆਂ ਦੇਖ ਕੇ ਗੱਲਾਂ ਕਰਨੀਆਂ ਕਿਹੜੀਆਂ ਕੋਈ ਵੱਡੀ ਗੱਲ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਰਾਜਨੀਤੀ ਸੱਚੀ ਇਸ ਵਾਰੀ ਮੁੱਦਿਆਂ ਤੇ ਹੋ ਰਹੀ ਹੈ ਜਾਂ ਮੁੱਦਿਆਂ ਦੇ ਨਾਂ ਤੇ ਹੋ ਰਹੀ ਹੈ ਪੰਜਾਬ 'ਚ? ਬਿਲਕੁਲ ਸਵਲੀਨ ਜੀ, ਤੁਹਾਡੀ ਗੱਲ ਜਿਹੜੀ ਆ ਉਹ ਬਹੁਤ ਛੋਟੀ ਆ, ਪਰ ਬਹੁਤ ਵੱਡੇ ਅਰਥਾਂ 'ਚ ਰੱਖੀ ਜਾਣ ਵਾਲੀ ਗੱਲ ਹੈ। ਇਹਨੂੰ ਤੁਸੀਂ ਜਿੰਨਾ ਮਰਜ਼ੀ ਵਿਸ਼ਲੇਸ਼ਣ ਕਰ ਲਓ, ਅੰਤ ਨੂੰ ਗੱਲ ਅਸੀਂ ਇਹੀ ਕਵਾਂਗੇ ਕਿ 10 ਮਾਰਚ ਤੋਂ ਬਾਅਦ 'ਚ ਪਤਾ ਲੱਗੇਗਾ। ਬਹੁਤ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਵੋਟਰ ਕੀ ਸੋਚਦਾ ਜੀ। ਇਸ ਵਾਰ ਦੀਆਂ ਇਲੈਕਸ਼ਨਸ ਜਿਹੜੀਆਂ ਆ ਉਹ ਬਹੁਤ ਖਾਸ ਹੋਣਗੀਆਂ। ਪਿਛਲੀ ਵਾਰ ਜਿਹੜੀਆਂ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚ ਹੀ ਤੀਜੀ ਧਿਰ ਆਮ ਆਦਮੀ ਪਾਰਟੀ ਆ ਗਈ ਸੀ ਤੇ ਬਹੁਤ ਸਾਰੇ ਚੋਣ ਵਿਸ਼ਲੇਸ਼ਕ, ਬਹੁਤ ਸਾਰੇ ਰਾਜਨੀਤੀ ਨੂੰ ਪੜ੍ਹਨ ਸਮਝਣ ਤੇ ਸਾਡੇ ਵਾਂਗ ਬੋਲਣ ਵਾਲੇ ਲੋਕ ਕਹਿੰਦੇ ਸੀ ਕਿ ਇਹ ਆਪਣੀ ਤਰ੍ਹਾਂ ਦੀਆਂ ਇੱਕ ਵਿਲੱਖਣ ਚੋਣਾਂ ਨੇ। ਤੇ ਇਸ ਵਾਰ ਇਹ ਚੋਣਾਂ ਹੋਰ ਵੀ ਵਿਲੱਖਣ ਨੇ ਕਿਉਂਕਿ ਕੈਪਟਨ ਸਾਹਿਬ 35-40 ਸਾਲ ਕਾਂਗਰਸ 'ਚ ਰਹਿਣ ਤੋਂ ਬਾਅਦ ਹੁਣ ਬੀਜੇਪੀ ਦੇ ਨਾਲ ਰਲ ਕੇ ਚੋਣ ਲੜ ਰਹੇ ਨੇ। ਢੀਂਡਸਾ ਸਾਹਿਬ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਨਾਲ ਰਹੇ ਤੇ ਹੁਣ ਉਹਨਾਂ ਨੇ ਇੱਕ ਵੱਖਰਾ ਅਕਾਲੀ ਦਲ ਬਣਾ ਲਿਆ ਤੇ ਰਲ ਉਹ ਵੀ ਬੀਜੇਪੀ ਨਾਲ ਗਏ ਨੇ। ਆਮ ਆਦਮੀ ਪਾਰਟੀ ਇੱਕ ਵੱਖਰਾ ਧੜਾ ਬਣ ਕੇ ਸਾਹਮਣੇ ਆਈ ਆ। ਪਿਛਲੀ ਵਾਰ ਉਹ ਲੀਡਰ ਆਫ ਆਪੋਜੀਸ਼ਨ ਸੀ ਤੇ ਸੰਯੁਕਤ ਸਮਾਜ ਮੋਰਚਾ ਜਿਹੜਾ ਕਿ ਸੰਯੁਕਤ ਕਿਸਾਨ ਮੋਰਚੇ ਚੋਂ ਨਿਕਲ ਕੇ ਸਾਹਮਣੇ ਆਇਆ, ਉਹ ਵੀ ਇਲੈਕਸ਼ਨ ਲੜ ਰਿਹਾ। ਸੱਤਾਧਾਰੀ ਧਿਰ ਨੇ ਸਾਰਾ ਪੰਜਾਬ ਜਾਣਦਾ ਕਿ 4-4.5 ਸਾਲ ਮੌਜ ਕੀਤੀ ਤੇ ਪਿਛਲੇ 3 ਕੁ ਮਹੀਨਿਆਂ 'ਚ ਚੰਨੀ ਸਾਹਿਬ ਦਾ ਨਾਮ ਸਾਹਮਣੇ ਦੇ ਕੇ ਕਾਫੀ ਕੁਝ ਕਰਨ ਦਾ ਯਤਨ ਕੀਤਾ। ਹੋਇਆ ਕੀ ਉਹ ਅਸੀਂ ਸਾਰੇ ਜਾਣਦੇ ਹਾਂ। ਕਰਜ਼ਾ ਪੰਜਾਬ ਦੇ ਸਿਰ ਤੇ ਕਿੱਦਾਂ ਅੱਡੀ ਮੂੰਹ ਅੱਡੀ ਬੈਠਾ ਹੈ ਉਸ ਗੱਲ ਨੂੰ ਵੀ ਅਸੀਂ ਜਾਣਦੇ ਹਾਂ। ਬੇਅਦਬੀ ਵਾਲੇ ਮੁੱਦੇ ਵੀ ਉੱਥੇ ਖੜੇ ਨੇ, ਡਰੱਗ ਵਾਲੇ ਮੁੱਦੇ ਵੀ ਉੱਥੇ ਖੜੇ ਨੇ। ਪ੍ਰੈਸ ਕਾਨਫਰੰਸ ਦੇ ਵਿੱਚ ਚਾਹੇ ਚੰਨੀ ਸਾਹਿਬ ਆਪਣੇ ਆਪ ਨੂੰ ਸਾਫ਼ ਸਾਬਤ ਕਰੀ ਜਾਣ, ਚਾਹੇ ਕੇਜਰੀਵਾਲ ਸਾਹਿਬ ਦੋਨਾਂ ਧਿਰਾਂ ਨੂੰ ਦੱਸੀ ਜਾਣ ਕਿ ਮੈਂ ਜ਼ਿਆਦਾ ਚੰਗਾ, ਤੇ ਚਾਹੇ ਮਜੀਠੀਆ ਸਾਹਿਬ ਆਪਣੀਆਂ ਗੱਲਾਂ ਕਰੀ ਜਾਣ। ਜਦੋਂ ਅਸੀਂ ਚਿਹਰਿਆਂ ਤੇ ਮੁੱਦਿਆਂ ਦੀ ਗੱਲ ਕਰਦੇ ਹਾਂ ਫਿਰ ਇਦਾਂ ਲੱਗਦਾ ਆ ਕਿ ਚਿਹਰੇ ਹੀ ਭਾਰੂ ਰਹਿ ਜਾਂਦੇ ਨੇ, ਇੱਕ ਦੂਜੇ ਤੇ ਉੱਤੇ ਦੂਸ਼ਣਬਾਜ਼ੀ ਜਿਹੜੀ ਆ ਉਹ ਸਾਹਮਣੇ ਰਹਿ ਜਾਂਦੀ ਹੈ। ਹਾਲਾਂਕਿ ਜਿਹੜੇ ਬਲਬੀਰ ਸਿੰਘ ਸੀਚੇਵਾਲ ਵਰਗੇ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਜਾਂ ਆਲੇ ਦੁਆਲੇ ਦਾ ਖਿਆਲ ਰੱਖਣ ਵਾਲੇ ਲੋਕ ਵੀ ਸੁਰਖੀਆਂ ਦੇ ਵਿੱਚ ਆਉਂਦੇ ਨੇ ਕਿ ਲੋਕਾਂ ਨੂੰ ਉਹ ਇਸ ਗੱਲ ਲਈ ਪ੍ਰੇਰਿਤ ਕਰਦੇ ਨੇ ਕਿ ਚੋਣਾਂ ਦੇ ਵਿੱਚ ਵਾਤਾਵਰਣ ਨੂੰ ਵੀ ਮੁੱਦਾ ਬਣਾਇਆ ਜਾਵੇ। ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ, ਸਰਕਾਰੀ ਅਧਿਆਪਕਾਂ ਦੀਆਂ ਹੋਣ ਚਾਹੇ ਡਾਕਟਰਸ ਦੀਆਂ ਹੋਣ, ਉਹ ਵੀ ਬਹੁਤ ਵਾਰ ਮੁੱਦਿਆਂ ਨੂੰ ਲੈ ਕੇ ਆਪਣੀ ਗੱਲ ਸਾਹਮਣੇ ਰੱਖਣ ਦੇ ਯਤਨ ਕਰਦੀਆਂ ਨੇ। ਬਹੁਤ ਲੰਬਾ ਸਮਾਂ ਬਹੁਤ ਸਾਰੇ ਜਿਹੜੇ ਨੇ ਅੰਦੋਲਨ ਚੱਲਦੇ ਰਹੇ, ਧਰਨੇ ਪ੍ਰਦਰਸ਼ਨ ਚੱਲਦੇ ਰਹੇ, ਪਰ ਵਿੱਚੋਂ ਨਿਕਲ ਕੇ ਬਹੁਤਾ ਕੁਝ ਸਾਹਮਣੇ ਨਹੀਂ ਆਉਂਦਾ। ਤੇ ਫਿਰ ਅਸੀਂ ਜਦੋਂ ਦੇਖਦੇ ਹਾਂ ਕਿ ਚਾਹੇ ਨਵਜੋਤ ਸਿੰਘ ਸਿੱਧੂ ਮੁੱਦਿਆਂ ਦੀ ਗੱਲ ਕਰਦੇ ਨੇ ਤੇ ਜੇਕਰ ਉਹਨਾਂ ਦੀ ਪਾਰਟੀ ਉਹਨਾਂ ਮੁੱਦਿਆਂ ਨੂੰ ਐਕਸੈਪਟ ਕਰ ਲੈਂਦੀ ਹੈ ਤੇ ਫਿਰ ਉਹ ਉਸ ਪਾਰਟੀ ਨੂੰ ਇਹ ਧਮਕੀ ਜਾਂ ਇਹ ਗੱਲ ਕਿਉਂ ਦੱਸਦੇ ਨੇ ਕਿ ਮੇਰਾ ਨਾਂ ਸਾਹਮਣੇ ਰੱਖੋ ਫੇਰ ਹੀ ਗੱਲ ਬਣੇਗੀ। ਤੇ ਇਹੋ ਹੀ ਗੱਲ ਪਿਛਲੇ ਸਮੇਂ ਦੇ ਦੌਰਾਨ, ਪਿਛਲੇ 6 ਮਹੀਨਿਆਂ ਦੇ ਦੌਰਾਨ ਜਦੋਂ ਤੁਸੀਂ ਗੱਲ ਕਰਦੇ ਸੀ ਬੀਤੇ ਦਿਨੀ ਕਿ ਜੂਨ ਤੋਂ ਲੈ ਕੇ ਜਨਵਰੀ ਆ ਗਈ ਤੇ ਆਮ ਆਦਮੀ ਪਾਰਟੀ ਨੂੰ ਚਿਹਰਾ ਬੜੀ ਮੁਸ਼ਕਲ ਲੱਭਿਆ। ਤੇ ਜੇਕਰ ਆਮ ਆਦਮੀ ਪਾਰਟੀ ਨੂੰ ਅਸੀਂ ਚੰਗੀ ਪਾਰਟੀ ਜਾਂ ਸਿਰਫ ਔਰ ਸਿਰਫ ਮੁੱਦਿਆਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਮੰਨਦੇ ਸੀ ਤੇ ਫਿਰ ਬਹੁਤ ਲੰਬਾ ਸਮਾਂ ਪਿਛਲੇ 4-4.5 ਸਾਲ ਦੇ ਦੌਰਾਨ, ਜਿਹੜੇ 5 ਸਾਲ ਦੇ ਦੌਰਾਨ ਤੁਸੀਂ ਕਹਿ ਲਓ, ਬਹੁਤੀ ਵਾਰ ਭਗਵੰਤ ਮਾਨ ਵੀ ਨਾਰਾਜ਼ ਹੋ ਕੇ ਬੈਠੇ ਰਹੇ। ਸੋ ਤੁਸੀਂ ਇਸ ਗੱਲ ਨੂੰ ਇੰਨੀ ਛੇਤੀ ਵਿਸ਼ਲੇਸ਼ਣ ਨਹੀਂ ਕਰ ਸਕਦੇ ਕਿ ਰਾਜਨੀਤੀ ਮੁੱਦਿਆਂ ਦੀ ਆ ਜਾਂ ਚਿਹਰਿਆਂ ਦੀ। ਮੁੱਦੇ ਚਿਹਰਿਆਂ ਦੇ ਉੱਤੇ ਲੱਦ ਦਿੱਤੇ ਜਾਂਦੇ ਨੇ ਤੇ ਚਿਹਰੇ ਜਿਹੜੇ ਨੇ ਉਹ ਮੁੱਦਿਆਂ ਨੂੰ ਲੈ ਕੇ ਚੱਲਦੇ ਨੇ, ਪਰ ਅੰਤ ਦੀ ਜਿਹੜੀ ਲੜਾਈ ਆ ਉਹ ਸਿਰਫ ਔਰ ਸਿਰਫ ਕੁਰਸੀ ਦੀ ਤੇ ਵੋਟਾਂ ਦੀ ਰਹਿ ਜਾਂਦੀ ਹੈ। ਜੀ, ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰਦੇ ਹਾਂ ਸਾਧਵੀ ਪ੍ਰਗਿਆ ਦੀ, ਜਿਹੜੀ ਅਕਸਰ ਹੀ ਚਰਚਾ 'ਚ ਰਹਿੰਦੀ ਹੈ ਤੇ ਹੁਣ ਉਹ ਕਹਿੰਦੀ ਹੈ ਕਿ ਸ਼ਰਾਬ ਇੱਕ ਔਸ਼ਧੀ ਹੈ। ਜੀ, ਸਾਧਵੀ ਪ੍ਰਗਿਆ ਦਾ ਜਦੋਂ ਤੁਸੀਂ ਨਾਮ ਲੈਂਦੇ ਆ ਤੇ ਉਹ ਤੁਹਾਨੂੰ ਇੱਕ ਕਹਾਵਤ ਯਾਦ ਆਉਂਦੀ ਹੈ ਕਿ ਬਦਨਾਮ ਵੀ ਹੋਂਗੇ ਤਾਂ ਕਿਆ ਨਾਮ ਨਾ ਹੋਗਾ। ਸੋ ਇਹਨਾਂ ਦੀ ਜਦੋਂ ਮੂੰਹ ਖੋਲਦੇ ਨੇ ਤੇ ਫੁੱਲ ਝੜਦੇ ਨੇ, ਇਹੋ ਜਿਹੀਆਂ ਗੱਲਾਂ ਹੀ ਕਰਦੇ ਨੇ ਜਿਹੜੀਆਂ ਕਿ ਜੱਗੋਂ ਤੇਰਵੀਆਂ ਹੁੰਦੀਆਂ ਨੇ, ਨਿਆਰੀਆਂ ਹੁੰਦੀਆਂ ਨੇ, ਪੁੱਠੀਆਂ ਹੁੰਦੀਆਂ ਨੇ।
ਬਹੁਤ ਵਾਰ ਉਹਨਾਂ ਨੇ ਬਹੁਤ ਕੁਝ ਅਜਿਹਾ ਬੋਲਿਆ, ਕਦੇ ਉਹ ਗਾਂਧੀ ਬਾਰੇ ਹੋਵੇ, ਚਾਹੇ ਉਹ ਗੋਡਸੇ ਬਾਰੇ ਹੋਵੇ, ਕਈ ਵਾਰ ਉਹ ਫਿਲਮਾਂ 'ਤੇ ਬੋਲਦੇ ਨੇ, ਕਦੇ ਉਹ ਕਰੋਨਾ 'ਤੇ ਬੋਲਦੇ ਨੇ, ਕਦੇ ਉਹ ਗੰਗਾ 'ਤੇ ਬੋਲਦੇ ਨੇ। ਮੱਧ ਪ੍ਰਦੇਸ਼ ਦੇ ਵਿੱਚ ਬੀਤੇ ਦਿਨੀ ਬੋਲ ਰਹੇ ਸੀ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਸ਼ਰਾਬ ਆ ਉਹਦਾ ਬਹੁਤਾ ਜਿਹੜਾ ਸੇਵਨ ਆ ਨਹੀਂ ਕਰਨਾ ਚਾਹੀਦਾ, ਬਹੁਤੀ ਪੀਣੀ ਜ਼ਹਿਰ ਵਰਗੀ ਆ, ਜੇ ਤੇ ਥੋੜ੍ਹੀ ਬਹੁਤ ਪੀਤੀ ਜਾਵੇ ਤੇ ਉਹ ਦਵਾਈ ਵਰਗੀ ਆ। ਪਤਾ ਨਹੀਂ ਉਹਨਾਂ ਦਾ ਕਿਹੜਾ ਮੈਡੀਕਲ ਐਕਸਪਰਟ ਆ ਉਹਨਾਂ ਕੋਲ, ਜਾਂ ਕਿਹੜੀ ਉਹਨਾਂ ਨੇ ਡਿਗਰੀ ਸ਼ਰਾਬ ਦੇ ਉੱਤੇ ਕੀਤੀ ਹੋਈ ਆ। ਮੈਨੂੰ ਤਾਂ ਲੱਗਦਾ ਉਹਨਾਂ ਨੇ ਕਿਤੇ ਤਾਜ਼ਾ ਗਜ਼ਲ ਸੁਣਨੀ ਹੋਣੀ ਆ ਪੰਕਜ ਉਦਾਸ ਵਾਲੀ ਕਿ ਥੋੜ੍ਹੀ ਥੋੜ੍ਹੀ ਪੀਆ ਕਰੋ, ਜਾਂ ਫਿਰ ਹੋ ਸਕਦਾ ਹੈ ਕਿ ਉਹਨਾਂ ਨੇ ਕੋਈ ਨਵੀਂ ਕਿਤਾਬ ਆਪ ਨਾ ਲਿਖ ਲਈ ਹੋਵੇ ਅਜਿਹੇ ਮਾਮਲੇ ਦੇ ਵਿੱਚ। ਇਹ ਵੀ ਹੋ ਸਕਦਾ ਕਿ ਕਈ ਦਿਨਾਂ ਤੋਂ ਖਬਰਾਂ 'ਚ ਨਹੀਂ ਆਈ, ਚੱਲ ਕੋਈ ਨਵਾਂ ਜਿਹਾ ਜੀ ਇਹ ਸਵਲੀਨ ਬਿਲਕੁਲ ਠੀਕ ਗੱਲ ਹੈ ਤੁਹਾਡੀ। ਇਹ ਸਭ ਤੋਂ ਉਪਯੁਕਤ ਲੱਗਦਾ ਹੈ ਉਹਨਾਂ ਦੇ ਭਾਸ਼ਣ ਦਾ ਕਾਰਨ ਜਿਹੜਾ ਆ। ਪਰ ਜਦੋਂ ਅਸੀਂ ਸ਼ਰਾਬ ਦੀ ਗੱਲ ਕਰੀਏ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਬਹੁਤ ਚੰਗੀ ਨਹੀਂ ਹੈ, ਬਿਲਕੁਲ ਵੀ ਚੰਗੀ ਨਹੀਂ ਹੈ, ਤੁਸੀਂ ਇੱਦਾਂ ਵੀ ਕਹਿ ਸਕਦੇ ਹੋ। ਪਰ ਫਿਰ ਵੀ ਜਦੋਂ ਅਸੀਂ ਐਕਸਾਈਜ਼ ਡਿਊਟੀ ਤੋਂ ਕਲੈਕਟ ਹੋਣ ਵਾਲੀ ਇਨਕਮ ਦੀ ਗੱਲ ਕਰੀਏ ਤੇ ਸਰਕਾਰਾਂ ਲਈ ਸਭ ਤੋਂ ਵੱਧ ਲੋੜੀਂਦੀ ਚੀਜ਼ ਇਹ ਜਾਪਦੀ ਹੈ ਜੀ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਕਈ ਸਟੇਟਾਂ ਦੇ ਵਿੱਚ ਇਹ ਬੈਨ ਬਹੁਤ ਵਾਰ ਹੋ ਚੁੱਕੀ ਹੈ ਤੇ ਮੌਜੂਦਾ ਦੌਰ ਦੇ ਵਿੱਚ ਵੀ ਇਹ ਗੁਜਰਾਤ ਦੇ ਵਿੱਚ ਤੇ ਬਿਹਾਰ ਦੇ ਵਿੱਚ ਤਾਂ ਸ਼ਰਾਬਬੰਦੀ ਜਿਹੜੀ ਲਾਗੂ ਹੀ ਹੈ। ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਮਹਾਤਮਾ ਗਾਂਧੀ ਇਸ ਗੱਲ ਦੇ ਪੈਰੋਕਾਰ ਸਨ ਕਿ ਪੂਰੇ ਭਾਰਤ ਵਿੱਚ ਹੀ ਸ਼ਰਾਬਬੰਦੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਜਦੋਂ ਅਸੀਂ ਹੁਣੇ ਰਾਜਨੀਤੀ ਦੀਆਂ ਸਾਰੀਆਂ ਗੱਲਾਂ ਕਰਕੇ ਹਟਿਆ ਤੇ ਨਵਜੋਤ ਸਿੰਘ ਸਿੱਧੂ ਜਿਹੜਾ ਪੰਜਾਬ ਮਾਡਲ ਦੱਸਦੇ ਨੇ ਉਹਦੇ 'ਚੋਂ ਵੱਡੀ ਕਮਾਈ ਦੀ ਗੱਲ ਜਿਹੜੀ ਆ ਉਹ ਸ਼ਰਾਬ ਤੋਂ ਹੀ ਕਰਦੇ ਨੇ। ਲੀਕੁਅਰ ਮਾਫੀਏ ਨੂੰ ਬੰਦ ਕਰਨ ਦੀ ਗੱਲ ਕਰਦੇ ਨੇ ਤੇ ਸ਼ਰਾਬ ਦੀ ਇੱਕ ਵੱਖਰੀ ਸਰਕਾਰੀ ਪਾਲਿਸੀ ਬਣਾਉਣ ਦੀ ਗੱਲ ਕਰਦੇ ਨੇ। ਚੰਗੀਆਂ ਸਰਕਾਰਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਕੇਜਰੀਵਾਲ ਸਾਹਿਬ ਦਾ ਨਾਮ ਸਾਡੇ ਸਾਹਮਣੇ ਆਉਂਦਾ ਤੇ ਦਿੱਲੀ ਦੇ ਵਿੱਚ ਵੀ ਜਿਹੜੇ ਠੇਕੇ ਨੇ ਉਹ ਸਰਕਾਰੀ ਰੂਪ ਦੇ ਵਿੱਚ ਸਰਕਾਰੀ ਤੌਰ 'ਤੇ ਚਲਾਏ ਜਾਂਦੇ ਨੇ। ਸੋ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਇਹ ਜਿਹੜੀ ਹੈ ਔਰ ਸਰਕਾਰ ਨੇ ਵੇਚਣੀ ਹੈ ਕਿ ਨਹੀਂ ਵੇਚਣੀ। ਨਸ਼ੇ ਨੂੰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਪੂਰਨ ਰੂਪ ਦੇ ਵਿੱਚ ਬੰਦ ਜਿਹੜਾ ਆ ਉਹ ਨਹੀਂ ਕਰ ਸਕਦੇ। ਬਹੁਤ ਸਾਰੇ ਲੋਕ ਫਿਰ ਜਦੋਂ ਅਸੀਂ ਉਹਨੂੰ ਦੇਖਦੇ ਹਾਂ ਤੇ ਉਹਦੀਆਂ ਦੂਜੇ ਤਰੀਕੇ ਵੀ ਸਾਡੇ ਸਾਹਮਣੇ ਆਉਂਦੇ ਨੇ। ਜਦੋਂ ਅਸੀਂ ਹਰਿਆਣੇ ਦੇ ਵਿੱਚ ਸ਼ਰਾਬਬੰਦੀ ਦੇਖੀ ਸੀ ਪਿਛਲੇ ਸਮੇਂ ਦੇ ਵਿੱਚ ਤੇ ਬਹੁਤ ਸਾਰੇ ਲੋਕ ਬਾਰਡਰ ਸਟੇਟਸ ਵੱਲ ਨੂੰ ਜਾਂ ਬਾਰਡਰ ਵਾਲੀਆਂ ਲਾਈਨਸ ਵੱਲ ਨੂੰ ਬਹੁਤ ਸਮੇਂ ਤੋਂ ਜਿਹੜੇ ਆ ਦੌੜਦੇ ਭੱਜਦੇ ਦੇਖੇ ਜਾਂਦੇ ਸੀ ਤੇ ਉਹਦੇ ਨਾਲ ਦੀ ਨਾਲ ਫਿਰ ਉਹ ਜਿਹੜੀ ਗੈਰ ਕਾਨੂੰਨੀ ਸ਼ਰਾਬ ਆ ਉਹਨੂੰ ਬਣਾਉਣ ਦੇ ਤਰੀਕੇ ਇਜਾਦ ਕਰਦੇ ਨੇ ਤੇ ਫਿਰ ਗਲਤ ਸ਼ਰਾਬ ਪੀ ਕੇ ਬਹੁਤ ਸਾਰੇ ਲੋਕ ਜਾਨਾਂ ਗਵਾਉਂਦੇ ਵੀ ਦੇਖੇ ਜਾਂਦੇ ਨੇ। ਪਰ ਇਹ ਜਿਹੜਾ ਸਾਧਵੀ ਪ੍ਰਗਿਆ ਦਾ ਬਿਆਨ ਆ ਉਹ ਉਹਨਾਂ ਦੀ ਜਿਹੜੀ ਆ ਪਰਸਨੈਲਿਟੀ ਆ ਉਹਨੂੰ ਬਿਲਕੁਲ ਸੂਟ ਕਰਦਾ। ਉਹ ਇਹੋ ਜਿਹੀਆਂ ਹੀ ਗੱਲਾਂ ਬੀਤੇ ਦੇ ਵਿੱਚ ਕਰਦੇ ਰਹੇ ਨੇ। ਉਹਨਾਂ ਦੇ ਉੱਤੇ ਬਹੁਤ ਸਾਰੇ ਕੇਸ ਸਮੇਂ ਤੇ ਹੋਏ ਨੇ। ਹਿੰਦੂ ਅੱਤਵਾਦ ਦੀਆਂ ਗੱਲਾਂ ਵੀ ਉਹ ਕਰਦੇ ਰਹੇ ਨੇ। ਬਹੁਤ ਸਾਰੀਆਂ ਕਹਾਣੀਆਂ ਉਹਨਾਂ ਨੇ ਹੋਰ ਵੀ ਸਮੇਂ ਤੇ ਅਜਿਹੀਆਂ ਛੇੜੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਆ ਸ਼ਖਸੀਅਤ ਆ ਉਹਨੂੰ ਚਾਰ ਚੰਦ ਲੱਗਦੇ ਨੇ। ਪਰ ਫਿਰ ਵੀ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਉਂਦੀ ਹੈ ਸਵਲੀਨ ਜੀ, ਇਹ ਆ ਕਿ ਇਹੋ ਜਿਹੇ ਲੋਕ, ਇਹੋ ਜਿਹੀ ਬੁੱਧੀ ਦਾ ਪ੍ਰਗਟਾਵਾ ਕਰਨ ਵਾਲੇ ਲੋਕ ਸਾਡੇ ਦੇਸ਼ ਦੇ ਵਿੱਚ ਵੱਡੇ ਅਹੁਦਿਆਂ ਤੇ ਬੈਠਦੇ ਨੇ, ਵੱਡੇ ਲੀਡਰ ਬਣਦੇ ਨੇ। ਹਾਲਾਂਕਿ ਸਾਨੂੰ ਇਹ ਗੱਲ ਕਹਿਣ ਦਾ ਹੱਕ ਨਹੀਂ ਆ ਕਿ ਉਹ ਲੋਕ ਜਿਹੜੇ ਇਹਨਾਂ ਨੂੰ ਵੋਟ ਪਾਉਂਦੇ ਨੇ ਉਹ ਗਲਤ ਨੇ, ਪਰ ਫਿਰ ਵੀ ਸਲਾਮ ਹੈ ਇਹਨਾਂ ਦੀ ਸੋਚ ਨੂੰ। ਸੋਚਣ ਦਾ ਤਾਂ ਵਿਸ਼ਾ ਹੈ ਜੀ। ਬਿਲਕੁਲ। ਕੇਂਦਰ ਸਰਕਾਰ ਦੀ ਗੱਲ ਕਰਦੇ ਆ, ਉਹਨਾਂ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜਾ ਸਰਕਾਰੀ ਡੇਟਾ ਆ ਉਹ WhatsApp ਤੇ ਐਕਸਚੇਂਜ ਨਹੀਂ ਕੀਤਾ ਜਾਊਗਾ। ਕੋਈ ਨਵੀਂ ਐਪ ਲਾਂਚ ਕੀਤੀ ਹੈ ਜੀ। ਬਿਲਕੁਲ। ਕੇਂਦਰ ਸਰਕਾਰ ਨੂੰ ਪਤਾ ਨਹੀਂ ਥੋੜਾ ਲੇਟ ਯਾਦ ਆਇਆ ਇਹ ਸਾਰਾ ਕੁਝ ਜਾਂ ਬਹੁਤ ਜਲਦੀ ਉੱਠ ਗਏ ਨੇ। ਉਹ ਕੇਂਦਰ ਨੇ ਕੁਝ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਸਰਕਾਰੀ ਡਾਕੂਮੈਂਟ ਜਾਂ ਕੁਝ ਭੇਤ ਦੇ ਜਿਹੜੇ ਡਾਕੂਮੈਂਟਸ ਨੇ ਉਹ WhatsApp ਤੇ ਇੱਧਰ ਉੱਧਰ ਨਾ ਭੇਜੇ ਜਾਣ, ਇੱਕ ਆਫਿਸ ਤੋਂ ਦੂਜੇ ਆਫਿਸ ਨੂੰ ਨਾ ਟਰਾਂਸਫਰ ਕੀਤੇ ਜਾਣ। ਇਹਦੇ ਲਈ ਆਫਿਸ ਦੀ ਸ਼ਾਇਦ ਕੋਈ ਫਾਈਲ ਆ, ਸਿਗਨਲ ਜਾਂ ਜਿੰਨੀਆਂ ਵੀ ਜਿਹੜੀਆਂ ਟਰਾਂਸਫਰ ਦੀਆਂ ਪ੍ਰਾਈਵੇਟ ਫਾਈਲ ਐਪਸ ਨੇ ਉਹਨਾਂ ਦੀ ਵਰਤੋਂ ਤੇ ਉਹਨਾਂ ਨੇ ਪਾਬੰਦੀ ਜਿਹੜੀ ਆ ਲਾਈ ਆ। ਇਹ ਅਸੀਂ ਬਹੁਤ ਵਾਰ ਪਹਿਲਾਂ ਵੀ ਗੱਲ ਕੀਤੀ ਸੀ ਕਿ WhatsApp ਆਪਣੀ ਇਸ ਗੱਲ ਤੋਂ ਮੁਨਕਰ ਸੀ ਕਿ ਉਹ ਇਸ ਡਾਟਾਬੇਸ ਨੂੰ ਕਿਤੇ ਵੀ ਸ਼ੇਅਰ ਨਹੀਂ ਕਰਦਾ ਤੇ ਅਸੀਂ ਇਹ ਵੀ ਗੱਲ ਜਾਣਦੇ ਹਾਂ ਕਿ ਬਾਹਰ ਦੀਆਂ ਕੰਪਨੀਆਂ ਨੇ ਤੇ ਉਹਨਾਂ ਦੇ ਸਰਵਰ ਜਿਹੜੇ ਨੇ ਹਿੰਦੁਸਤਾਨ ਤੋਂ ਬਾਹਰ ਨੇ ਤੇ ਉਹ ਸਰਕਾਰ ਲਈ ਬਹੁਤੀਆਂ ਚੀਜ਼ਾਂ ਲਈ ਪ੍ਰਤੀਬੱਧ ਵੀ ਨਜ਼ਰ ਨਹੀਂ ਆਉਂਦੇ। ਪ੍ਰਾਈਵੇਸੀ ਨੂੰ ਲੈ ਕੇ ਕਾਫੀ ਰੌਲਾ ਰਿਹਾ ਆ। ਬਿਲਕੁਲ। ਚਾਹੇ ਉਹ ਟਵਿੱਟਰ ਹੋਵੇ, ਚਾਹੇ WhatsApp ਹੋਵੇ, ਚਾਹੇ Facebook ਹੋਵੇ, ਉਹ ਸਾਡੇ ਹੀ ਦੇਸ਼ ਦੇ ਵਿੱਚ ਨਹੀਂ ਕਈ ਦੇਸ਼ਾਂ ਦੇ ਵਿੱਚ ਉਹ ਅਕਸਰ ਰੌਲੇ 'ਚ ਰਹਿੰਦੇ ਨੇ। ਕਈ ਕੇਸਿਸ ਹੁੰਦੇ ਨੇ, ਬਹੁਤ ਵਾਰ ਕਰੋੜਾਂ ਡਾਲਰਾਂ ਦੇ ਜੁਰਮਾਨੇ ਵੀ ਨਜ਼ਰ 'ਚ ਆਉਂਦੇ ਨੇ। ਪਰ ਦੇਖੋ ਇਹਦੇ ਲਈ ਵੱਡੀ ਗੱਲ ਤਾਂ ਇਹ ਆ ਕਿ ਕੀ ਇਹ ਸਰਕਾਰ ਨੂੰ ਇਹ ਗੱਲ ਹੁਣ ਯਾਦ ਆਈ। ਵਰਕ ਫਰੋਮ ਹੋਮ ਲਈ ਵੀ ਉਹਨਾਂ ਨੇ Zoom ਤੇ Google ਐਪ ਜਿਹੜੀਆਂ ਮੀਟ ਵਾਲੀਆਂ ਐਪਸ ਆ ਉਹਨਾਂ ਤੇ ਪਾਬੰਦੀ ਲਾ ਕੇ ਉੱਥੇ ਵੀ ਸਰਕਾਰੀ ਐਪ ਵਰਤਣ ਦੀ ਜਿਹੜੀ ਆ ਗੱਲ ਕੀਤੀ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਵਰਕ ਫਰੋਮ ਹੋਮ ਤੇ ਆ ਤੇ ਫਿਰ ਆਪਣਾ ਜਿਹੜਾ ਤੁਹਾਡਾ ਨੈਟਵਰਕ ਆ ਉਹਨੂੰ ਨਾ ਵਰਤ ਕੇ NIS ਨੈਸ਼ਨਲ ਇਨਫੋਰਮੇਸ਼ਨ ਸਿਸਟਮ ਵਾਲਾ ਜਿਹੜਾ
ਡੇਟਾ ਹੈਗਾ ਆ ਨੈਟਵਰਕ ਉਹਨੂੰ ਵਰਤਿਆ ਜਾਵੇ ਜਿਹੜਾ ਕਿ ਬਹੁਤ ਸੁਰੱਖਿਅਤ ਆ ਤੇ ਸਰਕਾਰ ਦਾ ਆਪਣਾ ਆ। ਦੇਖੋ ਇਸ ਕੰਮ ਲਈ ਅਸੀਂ ਜਦੋਂ ਸਟੂਡੈਂਟਸ ਨਾਲ ਗੱਲ ਕਰਦੇ ਆ ਜਾਂ ਤੁਸੀਂ ਇੰਟਰਨੈਟ ਪੜ੍ਹਾਉਂਦੇ ਆ ਸਵਲੀਨ ਜੀ, ਤੇ ਫਿਰ ਇੰਟਰਨੈਟ ਦੇ ਨਾਲ ਨਾਲ ਅਸੀਂ ਕਈ ਵਾਰ ਇੰਟਰਾਨੈਟ ਦੀ ਗੱਲ ਵੀ ਕਰਦੇ ਆ ਜਿਹੜਾ ਕਿ ਤੁਹਾਡਾ ਇੱਕ ਸਿਕਿਉਰ ਨੈਟਵਰਕ ਹੁੰਦਾ। ਆਰਮੀ ਅਕਸਰ ਉਸ ਨੈਟਵਰਕ ਤੇ ਕੰਮ ਕਰਦੀ ਆ। ਸਾਡੀਆਂ ਹੋਰ ਜਿਹੜੀਆਂ ਗੁਪਤ ਜਾਣਕਾਰੀ ਵਾਲੀਆਂ ਫਾਈਲਾਂ ਆ ਬਹੁਤ ਸਾਰੀਆਂ ਉਸੇ ਨੈਟਵਰਕ ਦੇ ਉੱਤੇ ਬੇਸਡ ਹੁੰਦੀਆਂ ਤੇ ਇਹ ਸਰਕਾਰ ਨੂੰ ਇਹ ਨੈਟਵਰਕ ਜਿਹੜਾ ਆ ਆਪਣੇ ਅਫੀਸ਼ੀਅਲ ਪੱਧਰ ਦੇ ਉੱਤੇ ਬਹੁਤ ਪਹਿਲਾਂ ਇਹ ਡਿਵੈਲਪ ਕਰ ਲੈਣਾ ਚਾਹੀਦਾ। ਅੱਜ ਹੀ ਸਰਕਾਰ ਗੱਲ ਕਰ ਰਹੀ ਆ ਕਿ ਸਟਾਰਟਅਪ ਜਿਹੜੇ ਨੇ ਨਵੇਂ ਸਟਾਰਟਅਪ ਨੇ ਉਹਦੇ 'ਚ ਬਹੁਤ ਵੱਡਾ ਇਨਵੈਸਟਮੈਂਟ ਹੋਇਆ, ਪਤਾ ਨਹੀਂ ਕਿੰਨੇ ਕੁ ਮਿਲੀਅਨ ਕਿ ਬਿਲੀਅਨ ਡਾਲਰ ਇਨਵੈਸਟਮੈਂਟ ਹੋਇਆ ਨਵੀਆਂ ਸਟਾਰਟਅਪਸ ਲਈ। ਤੇ ਅਜਿਹੀਆਂ ਸਟਾਰਟਅਪਸ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਤੇ ਸਰਕਾਰੀ ਤੌਰ ਤੇ ਅਜਿਹੇ ਨੈਟਵਰਕ ਜਿਹੜੇ ਆ ਉਹ ਪਹਿਲਾਂ ਵਿਕਸਿਤ ਕਰ ਲੈਣੇ ਚਾਹੀਦੇ ਨੇ। ਨਾ ਕਿ ਤੁਸੀਂ ਪਿਛਲੇ 5-7 ਸਾਲ ਤੋਂ WhatsApp ਤੇ ਉੱਤੇ ਸਾਰਾ ਕੁਝ ਕਰ ਰਹੇ ਆ ਤੇ ਹੁਣ ਜੇ ਤੁਹਾਨੂੰ ਯਾਦ ਆ ਗਿਆ ਤਾਂ ਤੁਸੀਂ ਇਹਦੀ ਇੱਕ ਸੂਚਨਾ ਜਾਰੀ ਕਰ ਦਿੱਤੀ ਕਿ ਅੱਜ ਤੋਂ WhatsApp ਤੇ ਨਾ ਟ੍ਰਾਂਸਫਰ ਕੀਤਾ ਜਾਵੇ। ਤੇ ਇਹ ਸੋਚੋ ਕਿ ਪਿਛਲੇ ਸਮੇਂ ਦੇ ਦੌਰਾਨ ਕਿੰਨੀਆਂ ਫਾਈਲਾਂ ਸਰਕਾਰੀ ਇੰਪੋਰਟੈਂਸ ਦੀਆਂ ਕਿੰਨੀਆਂ ਫਾਈਲਾਂ ਜਿਹੜੀਆਂ ਨੇ ਉਹ WhatsApp ਕੋਲ ਹੋਣਗੀਆਂ ਤੇ ਉਹ ਦੂਸਰੇ ਦੇਸ਼ਾਂ ਦੇ ਸਰਵਰਸ ਤੇ ਹੋਣਗੀਆਂ ਤੇ ਉਹਨਾਂ ਦਾ ਕੌਣ ਇਸਤੇਮਾਲ ਕਰ ਸਕੇਗਾ। ਅਸੀਂ ਜਾਣਦੇ ਹਾਂ ਪੈਗਾਸਸ ਨੂੰ ਲੈ ਕੇ ਜਿੰਨਾ ਰੌਲਾ ਪਿਆ ਤੇ ਇਸ ਸਰਕਾਰ ਕੋਲ ਫਿਰ ਕੁੱਲ ਮਿਲਾ ਕੇ 2 ਚੀਜ਼ਾਂ ਰਹਿ ਜਾਂਦੀਆਂ ਨੇ ਦੱਸਣ ਲਈ। ਬਾਅਦ ਵਿੱਚ ਕਹਿ ਦਿੰਦੇ ਨੇ ਕਿ ਜੀ ਨੈਸ਼ਨਲ ਸਿਕਿਉਰਿਟੀ ਦੀ ਗੱਲ ਹੈ ਇਸ ਕਰਕੇ ਅਸੀਂ ਤੁਹਾਨੂੰ ਕੁਝ ਨਹੀਂ ਦੱਸ ਸਕਦੇ। ਪਰ ਹੁਣ ਇਹਨਾਂ ਦੀ ਨੈਸ਼ਨਲ ਸਿਕਿਉਰਿਟੀ ਇਸ ਮਸਲੇ ਨੂੰ ਲੈ ਕੇ ਕਿੱਥੇ ਗਈ ਹੈ ਜਦੋਂ ਇਹ 5-7 ਜਾਂ ਕਿੰਨੇ ਸਾਲਾਂ ਬਾਅਦ ਇਹ ਗੱਲ ਕਹਿ ਰਹੇ ਨੇ ਕਿ ਸਰਕਾਰੀ ਜਿਹੜੇ ਡਾਕੂਮੈਂਟਸ ਨੇ ਉਹ WhatsApp ਤੇ ਟ੍ਰਾਂਸਫਰ ਨਹੀਂ ਕਰਨੇ। ਤੇ ਹੁਣ ਇਹ ਨੈਸ਼ਨਲ ਸਿਕਿਉਰਿਟੀ ਪਰ ਗੱਲ ਤੇ ਉਹ ਹੈ ਨਾ ਜੀ ਕਿ ਵੋਟਾਂ ਦੀ ਤੇ ਨੰਬਰਸ ਦੀ ਗੇਮ ਆ। ਨੰਬਰਸ ਉਹਨਾਂ ਕੋਲ ਵੱਧ ਨੇ ਲੋਕ ਸਭਾ ਵਿੱਚ, ਜਦੋਂ ਉਹਨਾਂ ਨੂੰ ਕੋਈ ਪੁੱਛਦਾ ਤੇ ਜਵਾਬ ਦੇਣ ਲਈ ਉਹ ਬਾਅਦ ਹੁੰਦੇ ਨਹੀਂ ਤੇ ਉਹ ਮौज ਮਸਤੀ ਕਰਦੇ ਨੇ ਪੂਰੀ। ਜੀ ਸਰਕਾਰ ਨਾਲ ਜੁੜੀ ਹੋਈ ਇੱਕ ਹੋਰ ਖਬਰ ਹੈ, 35 ਚੈਨਲ ਜਿਹੜੇ ਭਾਰਤ ਸਰਕਾਰ ਦੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਖਾਮੋਸ਼ ਕਰ ਦਿੱਤਾ ਗਿਆ। YouTube ਇੱਕ ਵੀਡੀਓ ਪਲੇਟਫਾਰਮ ਹੈ ਜਿੱਥੇ ਤੁਸੀਂ ਬਹੁਤ ਸਾਰੀਆਂ ਆਪਣੀਆਂ ਵੀਡੀਓਜ਼ ਅਪਲੋਡ ਕਰਦੇ ਆ ਤੇ ਉਹਨਾਂ ਨੂੰ ਦੇਖਿਆ ਜਾਂਦਾ ਹੈ। 35 YouTube ਚੈਨਲ ਨੇ ਜਿਹੜੇ ਪਾਕਿਸਤਾਨ ਦੇ ਨੇ ਉਹਨਾਂ ਨੂੰ ਵੀ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਕਿ ਉਹ ਭਾਰਤ ਵਿੱਚ ਹੁਣ ਨਹੀਂ ਦੇਖੇ ਜਾ ਸਕਦੇ ਕਿਉਂਕਿ ਉਹ ਮਿਸਕਮਿਊਨੀਕੇਟ ਕਰਦੇ ਨੇ, ਕੁਝ ਗਲਤ ਅਫਵਾਹਾਂ ਫੈਲਾਉਂਦੇ ਨੇ। ਬੀਤੇ ਦਿਨਾਂ ਦੇ ਵਿੱਚ ਵੀ ਅਜਿਹਾ ਬਹੁਤ ਕੁਝ ਕੀਤਾ ਗਿਆ, ਬਹੁਤ ਸਾਰੀਆਂ ਦੇਸ਼ ਧਰੋਹ ਨਹੀਂ ਕੀਤਾ ਗਿਆ ਉਹਨਾਂ ਤੇ। ਬਿਲਕੁਲ ਇੱਦਾਂ ਤੁਸੀਂ ਕਹਿ ਸਕਦੇ ਆ ਕਿ ਉਹ ਦੇਸ਼ ਦੀ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਆ ਉਹਨੂੰ ਗਲਤ ਤਰੀਕੇ ਦੇ ਨਾਲ ਫੈਲਾਉਂਦੇ ਨੇ। ਦੇਖੋ ਇਹ ਬਹੁਤ ਇੱਕ ਸੌਖਾ ਤਰੀਕਾ ਹੈ ਸਰਕਾਰਾਂ ਦਾ ਜਿਹਨੂੰ ਤੁਸੀਂ ਆਈ ਵਾਸ਼ ਕਹਿੰਦੇ ਆ ਇੱਧਰਲੀਆਂ ਉੱਧਰ ਕਰਨ ਲਈ। ਕਹਾਣੀ ਕਿਤੇ ਹੋਰ ਖੜੀ ਹੋਈ ਆ। ਬਹੁਤ ਦਿਨਾਂ ਤੋਂ ਚੀਨ ਨਾਲ ਜਿਹੜਾ ਰੌਲਾ ਰੇੜਕਾ ਬਾਰਡਰ ਤੇ ਪਿਆ ਹੋਇਆ ਤੇ ਚੀਨ ਦੇ ਨਾਲ ਜਦੋਂ ਅਸੀਂ ਰੇੜਕੇ ਦੀ ਗੱਲ ਕਰਦੇ ਹਾਂ ਤੇ ਬੀਜੇਪੀ ਇੱਕ ਵੱਖਰੇ ਸਟੈਂਡ 'ਚ ਨਜ਼ਰ ਆਉਂਦੀ ਆ। ਫਿਰ ਇਹ ਕਹਿੰਦੇ ਨੇ ਕਿ ਸਾਡਾ ਜਿਹੜਾ ਹੈਗਾ ਆ ਨੈਸ਼ਨਲ ਇੰਟਰਸਟ ਇੱਥੇ ਹੈਵੀ ਨੇ ਤੇ ਅਸੀਂ ਚੀਨ ਦੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਤੇ ਜਦੋਂ ਸਾਲਾਨਾ ਅੰਕੜੇ ਸਾਹਮਣੇ ਆਉਂਦੇ ਨੇ ਤਿਮਾਹੀ ਜਾਂ ਛਮਾਹੀ, ਫਿਰ ਬਾਅਦ 'ਚ ਪਤਾ ਲੱਗਦਾ ਹੈ ਕਿ ਵਪਾਰ ਉਹਨਾਂ ਨਾਲ ਜਿਹੜਾ ਉਹ 100 ਗੁਣਾ ਵੱਧ ਗਿਆ ਜਾਂ 200 ਗੁਣਾ ਵੱਧ ਗਿਆ। ਸੋ ਇੱਥੇ ਬਹੁਤ ਸਾਰੇ ਸਟੈਂਡਰਡ ਜਿਹੜੇ ਨੇ ਉਹ ਕੰਮ ਕਰਦੇ ਨੇ। ਜੀ ਸ਼ਰਮਾ ਜੀ, ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੋ ਗਿਆ ਤੇ ਤੁਸੀਂ ਸਟੂਡੀਓ 'ਚ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।